तो मतलब ਉਹੀ मतलब एक गल जी बनाती है कि FM साहब खुला खर्चा नहीं करते। मेरे हिसाब नाल FM साहब ने बहुत जिम्मेवारी नाल बहुत फिक्र नाल पंजाब सरकार के फाइनैंसिस साਂਭੇ हैं। वो एक पंजाब के चौकीदार बन के रहे हैं। ਸਿਆਸਤ ਦੇ ਵਿੱਚ ਆਉਣ ਦਾ ਮੂਡ ਹੈਗਾ ਮਨਪ੍ਰੀਤ ਬਾਦਲ ਹੁਣਾਂ ਦੇ ਬੇਟੇ ਅਰਜੁਨ ਬਾਦਲ ਹੁਣਾਂ ਦਾ। ਇਲੈਕਸ਼ਨ ਹੈ ਜਿਹਦੇ 'ਚ ਮੈਨੂੰ ਇੱਕ ਵੀ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਕਿ ਜੀ ਕੰਮ ਨਹੀਂ ਹੋਇਆ। ਮੈਂ ਖੜਾ ਹੋ ਕੇ ਸਪੀਚ ਦੇ ਰਿਹਾ ਹੁੰਦਾ, ਉਸ ਜਗ੍ਹਾ ਤੋਂ 15 ਫੁੱਟ ਦੀ ਦੂਰੀ 'ਚ ਕੋਈ ਨਾ ਕੋਈ ਮਨਪ੍ਰੀਤ ਬਾਦਲ ਜੀ ਦਾ ਕੰਮ ਨਜ਼ਰ ਆ ਜਾਂਦਾ। ਇਸੇ ਗੱਲਾਂ 'ਤੇ ਜ਼ਰੂਰ मतलब ਇੱਥੇ ਗੱਲਬਾਤ ਕਰਨ ਨੂੰ ਤਿਆਰ ਨੇ, ਪਰ ਜੋ ਜੀ ਆਪਣੇ ਪਰਸਨਲ ਫੈਮਿਲੀ ਮੈਟਰਸ ਨੇ ਜੀ ਉਹਨਾਂ ਨੂੰ ਇੱਕ ਇੰਟਰਵਿਊ 'ਚ ਡਿਸਕਸ ਕਰਨ ਦਾ ਮੈਂ ਮੁਨਾਸਿਬ ਨਹੀਂ ਸਮਝਦਾ। ਤੇ ਸਿਆਸਤ ਪਿੱਛੇ ਲੜਦੇ ਹਾਂ, ਅਸੀਂ ਆਪਦੇ ਸੋਚ ਪਿੱਛੇ ਲੜਦੇ ਹਾਂ। ਇਹਦਾ ਇਹ ਮਤਲਬ ਥੋੜ੍ਹੀ ਹੈ ਕਿ ਮੈਂ ਉਹਨਾਂ ਦੇ ਜਵਾਕਾਂ ਨਾਲ ਦੁਸ਼ਮਣੀ ਪਾ ਲਾਂ। ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਕਹਿੰਦੇ ਮੈਨੂੰ ਤਾਂ ਕਹਿੰਦੇ ਖਜ਼ਾਨਾ ਖਾਲੀ ਹੈ, ਚੰਨੀ ਵੇਲੇ ਕਹਿੰਦੇ ਖਜ਼ਾਨਾ ਭਰਤਾ ਸਾਰਾ, ਕਹਿੰਦੇ ਚੰਨੀ ਵੇਲੇ ਤਾਂ ਸਾਰੇ ਕੁਬੇਰ ਦੇ ਜਿਹੜੇ ਦਰਵਾਜ਼ੇ ਸੀ ਸਾਰੇ ਖੋਲ੍ਹਤੇ, ਸਾਰਾ ਖਜ਼ਾਨਾ ਖੋਲ੍ਹਤਾ। ਜੇ ਥੋੜ੍ਹਾ ਘਟ ਗਿਆ, ਆਮਦਨ ਵੱਧ ਗਈ, 2020 'ਚ ਖਰਚਾ ਖੁੱਲ੍ਹਾ ਕਰਤਾ ਜੀ। ਹਰੇਕ ਕਾਂਗਰਸ ਦੇ ਐਮਐਲਏ ਨੂੰ ਹਰੇਕ ਐਮਐਲਏ ਨੂੰ ਇੱਕ 10 ਕਰੋੜ ਦੀ ਗ੍ਰਾਂਟ ਦਿੱਤੀ ਗਈ। ਸਭ ਨੇ ਕਈ ਫੈਸਲੇ ਵੀ ਇਹੋ ਜਿਹੇ ਲਿੱਤੇ ਹਨ ਜੀ, ਮਤਲਬ ਉਹਨਾਂ ਨੇ ਮੰਗੇ ਸੀ ਫਾਈਨੈਂਸਿਸ। ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹੋ ਜਿਹੇ ਫੈਸਲੇ ਨਹੀਂ ਲਿੱਤੇ। ਕਹਿੰਦੇ ਇੱਕ ਖਜ਼ਾਨਾ ਖੋਲ੍ਹਿਆ ਨਹੀਂ। ਮਤਲਬ ਲੋਕ ਮਤਲਬ ਇਹ ਜਿਹੜੇ ਲੋਕ ਆਪਣੇ ਤੇ ਇਲਜ਼ਾਮ ਲਾਉਂਦੇ ਆ, ਉਹ ਕੀ ਚਾਹੁੰਦੇ ਆ ਕਿ ਮਨਪ੍ਰੀਤ ਜੀ ਲਾਪਰਵਾਹ ਹੋ ਕੇ ਗੈਰ ਜ਼ਿੰਮੇਵਾਰ ਹੋ ਕੇ ਪੰਜਾਬ ਸਰਕਾਰ ਦਾ ਪੈਸਾ ਡੋਲਦੇ ਫਿਰਨ। ਇਸ ਗੱਲ 'ਚ ਤਾਂ ਮੈਂ ਕੋਈ ਅਕਲ ਨਹੀਂ ਸਮਝਦਾ ਜੀ। ਪੰਜਾਬ ਦੀ ਸਿਆਸਤ ਤੇ ਬਾਦਲ ਪਰਿਵਾਰ ਦਾ ਦਬਦਬਾ ਹੈ, ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੁਣੀ ਹੋਣ ਜਾਂ ਫਿਰ ਉਹਨਾਂ ਦੇ ਭਰਾ ਦਾ ਪਰਿਵਾਰ ਹੋਵੇ, ਯਾਨੀ ਕਿ ਮਨਪ੍ਰੀਤ ਸਿੰਘ ਬਾਦਲ ਵੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਰਕਾਰ ਦੇ ਵਿੱਚ ਵਿੱਤ ਮੰਤਰੀ ਰਹੇ, ਫਿਰ ਚਰਨਜੀਤ ਸਿੰਘ ਚੰਨੀ ਹੁਣੀ ਆ ਗਏ, ਉਹਨਾਂ ਦੇ ਵਿੱਚ ਵੀ ਉਹਨਾਂ ਦਾ ਅਹੁਦਾ ਨਹੀਂ ਬਦਲਿਆ ਗਿਆ। ਤੀਸਰੀ ਪੀੜ੍ਹੀ ਬਾਦਲ ਪਰਿਵਾਰ ਦੀ ਚੋਣ ਮੈਦਾਨ ਦੇ ਵਿੱਚ ਹੈ, ਯਾਨੀ ਕਿ ਚੋਣ ਕੈਂਪੇਨਿੰਗ ਚੱਲ ਰਹੀ ਹੈ। ਔਰ ਸਾਡੇ ਨਾਲ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਬੇਟੇ ਅਰਜੁਨ ਬਾਦਲ ਨੇ, ਗੱਲਬਾਤ ਉਹਨਾਂ ਦੇ ਨਾਲ ਕਰਾਂਗੇ ਕਿ ਕਿਸ ਤਰ੍ਹਾਂ ਕੈਂਪੇਨਿੰਗ ਚੱਲ ਰਹੀ ਹੈ ਔਰ ਇਸ ਇਲੈਕਸ਼ਨ ਦੇ ਵਿੱਚ ਉਹਨਾਂ ਦਾ ਕੀ ਰੋਲ ਹੈ। ਬਾਦਲ ਸਾਹਿਬ, ਸਵਾਗਤ ਹੈ ਪ੍ਰੋ ਪੰਜਾਬ ਟੀਵੀ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਤੁਸੀਂ ਮੈਨੂੰ ਇੱਥੇ ਅੱਜ ਸ਼ੋਅ 'ਤੇ ਬੁਲਾਇਆ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ, ਪਿਛਲੀ ਇਲੈਕਸ਼ਨ ਦੇ ਵਿੱਚ ਵੀ ਸੀ ਤੁਸੀਂ ਔਰ ਕੈਂਪੇਨਿੰਗ ਇਸ ਵਾਰ ਵੀ ਕਰ ਰਹੇ ਹੋ, ਕੋਈ ਡਿਫਰੈਂਸ ਨਜ਼ਰ ਆਇਆ ਤੁਹਾਨੂੰ ਇਸ ਵਾਰ ਕੈਂਪੇਨਿੰਗ ਦੇ ਵਿੱਚ? ਜੀ ਜ਼ਾਹਿਰ ਹੈ ਫ਼ਰਕ ਤਾਂ ਕਾਫੀ ਹੈ, ਕਿਉਂਕਿ 2017 ਦੀ ਜਿਹੜੀ ਇਲੈਕਸ਼ਨ ਸੀ ਉਹ ਮੇਰੇ ਪਿਤਾ ਜੀ ਮਨਪ੍ਰੀਤ ਬਾਦਲ ਜੀ ਦੀ ਪਹਿਲੀ ਇਲੈਕਸ਼ਨ ਸੀ ਬਠਿੰਡੇ ਸ਼ਹਿਰ ਦੀ, ਅਤੇ ਆਪਾਂ ਨਵੇਂ ਸੀ ਜੀ, ਇੱਕ ਨਵੇਂ ਕੈਂਡੀਡੇਟ ਦੇ ਤੌਰ 'ਤੇ ਆਪਾਂ ਇਲੈਕਸ਼ਨ ਲੜ ਰਹੇ ਸੀਗੇ। ਅਤੇ ਆਹ ਜਿਹੜੀ ਇਲੈਕਸ਼ਨ ਹੈ ਇਹ 5 ਸਾਲ ਸਰਕਾਰ ਚਲਾਉਣ ਤੋਂ ਬਾਅਦ, 5 ਸਾਲ ਫਾਈਨੈਂਸ ਮਿਨਿਸਟਰੀ ਅਤੇ ਨੁਮਾਇੰਦਗੀ ਕਰਨ ਤੋਂ ਬਾਅਦ ਆਪਾਂ ਲੜ ਰਹੇ ਹਾਂ। ਅਤੇ ਫਰਕ ਤਾਂ ਜ਼ਾਹਿਰ ਹੈ ਜੀ ਕਾਫੀ ਹੈ। ਪਹਿਲਾਂ ਅਸੀਂ ਸਿਰਫ ਆਪਦੇ ਵਿਚਾਰ ਪੇਸ਼ ਕਰ ਰਹੇ ਸੀ ਲੋਕਾਂ ਨੂੰ, ਅਤੇ ਹੁਣ 5 ਸਾਲਾਂ ਬਾਅਦ ਅਸੀਂ ਆਪਦੇ ਕੰਮ ਵਿਖਾ ਰਹੇ ਹਾਂ ਲੋਕਾਂ ਨੂੰ। ਸੋ ਇੱਕ ਤਜਰਬੇ ਅਤੇ ਟਰੈਕ ਰਿਕਾਰਡ ਦੇ ਬੇਸਿਸ 'ਤੇ ਆਪਾਂ ਇਲੈਕਸ਼ਨ ਲੜ ਰਹੇ ਹਾਂ। ਤੁਸੀਂ ਕੈਂਪੇਨਿੰਗ ਕਰਨ ਵਾਸਤੇ ਜਾਂਦੇ ਹੋਵੋਗੇ, ਕੋਈ ਦਿੱਕਤਾਂ ਜਾਂ ਕੋਈ ਲੋਕ ਸਵਾਲ ਪੁੱਛਦੇ ਆ ਕਿ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਕੀ ਕੀਤਾ ਹੈ, ਕੀ ਕੁਝ ਹੋਇਆ ਹੈ, ਤੁਸੀਂ ਕੀ ਦੱਸਦੇ ਹੋ, ਕੀ ਜਵਾਬ ਦਿੰਦੇ ਹੋ? ਸਵਾਲ ਕਾਫੀ ਹੁੰਦੇ ਆ, ਪਰ ਇਹੋ ਜਿਹੇ ਸਵਾਲ ਨਹੀਂ ਹੁੰਦੇ ਜੀ, ਕਿਉਂਕਿ ਇਹ ਸ਼ਾਇਦ ਮੇਰਾ ਪਹਿਲਾ ਇਲੈਕਸ਼ਨ ਹੈ। ਹਾਲਾਂਕਿ ਮੇਰੀ ਉਮਰ ਛੋਟੀ ਹੈ ਜੀ, ਮੈਂ ਇੰਨੀਆਂ ਇਲੈਕਸ਼ਨਾਂ ਤਾਂ ਨਹੀਂ ਵੇਖੀਆਂ, ਪਰ ਜਿਹੜੀਆਂ 4-5 ਇਲੈਕਸ਼ਨਾਂ ਮੈਂ ਵੇਖੀਆਂ, ਇਹ ਮੇਰੀ ਪਹਿਲੀ ਇਲੈਕਸ਼ਨ ਹੈ ਜਿਹਦੇ 'ਚ ਮੈਨੂੰ ਇੱਕ ਵੀ ਇਹੋ ਜਿਹੀ ਸ਼ਿਕਾਇਤ ਨਹੀਂ ਆਈ ਕਿ ਜੀ ਕੰਮ ਨਹੀਂ ਹੋਏ। ਕਿਉਂਕਿ ਜੀ ਸਾਂਝੇ ਕੰਮ ਤਕਰੀਬਨ ਸਾਰੇ ਹੋ ਗਏ हैं, ਜਿੰਨੇ ਕੰਮ ਬਠਿੰਡੇ ਸ਼ਹਿਰ 'ਚ ਆ 5 ਸਾਲਾਂ 'ਚ ਹੋਏ हैं, ਪਿਛਲੇ 25 ਸਾਲਾਂ 'ਚ ਹੋਏ ਨਹੀਂ ਸੀ। ਅਤੇ ਜੀ ਮੈਂ ਤੁਹਾਨੂੰ ਇੱਕ ਬੜੀ ਇੰਟਰਸਟਿੰਗ ਗੱਲ ਦੱਸਦਾ। ਇਸ ਕੈਂਪੇਨ 'ਚ ਮੇਰੀਆਂ ਜਿੰਨੀਆਂ ਮੀਟਿੰਗਾਂ ਹੋਈਆਂ ਜੀ, ਜਿੱਥੇ ਮੈਂ ਖੜਾ ਹੋ ਕੇ ਸਪੀਚ ਦੇ ਰਿਹਾ ਹੁੰਦਾ, ਉਸ ਜਗ੍ਹਾ ਤੋਂ 15 ਫੁੱਟ ਦੀ ਦੂਰੀ 'ਚ ਕੋਈ ਨਾ ਕੋਈ ਮਨਪ੍ਰੀਤ ਬਾਦਲ ਜੀ ਦਾ ਕੰਮ ਨਜ਼ਰ ਆ ਜਾਂਦਾ। ਤਕਰੀਬਨ ਜੀ ਜਿੱਥੇ ਮੀਟਿੰਗ ਹੁੰਦੀ ਹੈ, ਅਤੇ ਆਪਾਂ ਜਾਣ ਕੇ ਉਹ ਜਿਹੀਆਂ ਥਾਵਾਂ 'ਤੇ ਨਹੀਂ ਮੀਟਿੰਗ ਕਰਾਉਂਦੇ, ਜਿੱਥੇ ਵੀ ਹੋ ਜਾਏ ਤੁਸੀਂ ਮੈਨੂੰ ਸ਼ਹਿਰ ਦੇ ਕਿਸੇ ਕੋਨੇ 'ਚ ਖੜਾ ਕਰ ਦਿਓ, ਜਾਂ ਤਾਂ ਉਹ ਸੜਕ ਨਵੀਂ ਬਣੀ ਹੁੰਦੀ ਹੈ, FM ਸਾਹਿਬ ਦੀ ਬਣਾਈ ਗਈ ਹੁੰਦੀ ਹੈ, ਬਿਲਕੁਲ ਉਹਦੇ ਨਜ਼ਦੀਕ ਬਿਲਕੁਲ ਲਾਗੇ ਤੁਹਾਨੂੰ LED ਲਾਈਟਾਂ ਨਜ਼ਰ ਆ ਜਾਣਗੀਆਂ। ਤਕਰੀਬਨ ਸਾਰੇ ਮੁਹੱਲਿਆਂ 'ਚ ਸੀਵਰੇਜ ਸਿਸਟਮ ਅਤੇ ਵਾਟਰ ਸਪਲਾਈ ਦਾ ਕੰਮ ਹੋਇਆ ਪਿਆ। ਸੋ ਜੀ ਸਾਂਝੇ ਕੰਮਾਂ ਦੀਆਂ ਸ਼ਿਕਾਇਤਾਂ ਨਹੀਂ ਆਉਂਦੀਆਂ। ਕਈ ਲੋਕਾਂ ਦੀ ਜਿਵੇਂ ਨਿੱਜੀ ਕੰਮ ਰਹਿ ਜਾਂਦੇ ਆ, ਉਹਦੇ ਲਾਂਭੇ ਜ਼ਰੂਰ ਸੁਣਨੇ ਪੈਂਦੇ ਆ ਜੀ। ਉੱਥੇ ਮੈਂ ਮਾफ़ੀ ਮੰਗ ਲੈਂਦਾ ਜੀ। ਕੋਈ ਲਾਂਭੇ ਦਿੰਦੇ ਆ ਲੋਕ, ਬੀਬੀਆਂ ਖਾਸ ਤੌਰ 'ਤੇ ਬਜ਼ੁਰਗ ਬੀਬੀਆਂ ਕਹਿੰਦੇ ਬਹੁਤ ਲਾਂਭੇ ਦੇ ਰਹੀਆਂ ਇਸ ਵਾਰ, ਤੁਹਾਨੂੰ ਕਿਹੜਾ ਲਾਂਭਾ ਲੱਗਿਆ ਭਾਈ ਆਹ ਕੰਮ ਹੋ ਜਾਣਾ ਚਾਹੀਦਾ ਸੀਗਾ? ਨਹੀਂ ਜੀ, ਮਤਲਬ ਬਜ਼ੁਰਗ ਬੀਬੀਆਂ ਨਹੀਂ ਖਾਸ ਕਰਕੇ ਲਾਂਭੇ ਜੀ, ਨਿੱਜੀ ਕੰਮ ਮਾੜੇ ਮੋਟੇ ਰਹਿ ਗਏ ਜੀ, ਜਿਵੇਂ ਕਿਸੇ ਦੀ ਕੋਈ
ਕਿਸੇ ਕਿਸੇ ਦੇ ਬੇਟੇ ਜਾਂ ਬੇਟੀ ਦੀ ਬਦਲੀ ਜਾਂ ਫਿਰ ਆਪਾਂ ਕਿਸੇ ਨੂੰ ਜੇ ਖਾਸ ਕੋਈ ਆਪਣੇ ਪਾਰਟੀ ਵਰਕਰ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਨੌਕਰੀ ਦਿਵਾਉਣ 'ਚ ਪੂਰੀ ਕੋਸ਼ਿਸ਼ ਕਰਾਂਗੇ, ਉਹ ਕੋਈ ਰਹਿ ਗਈ ਹੋਵੇ, ਇਹੋ ਜਿਹੇ ਜਿਹੜੇ ਪਰਸਨਲ ਕੰਮ ਹੈ, ਜ਼ਿਆਤੀ ਕੰਮ ਹੈ, ਉਹ ਜ਼ਰੂਰ ਰਹਿ ਜਾਂਦੇ ਆ ਜੀ। ਇਹ ਵੇਖੋ ਜੀ, ਇਹ ਨਾਮੁਮਕਿਨ ਹੈ ਕਿ ਤਮਾਮ ਤੁਸੀਂ ਹਰੇਕ ਬੰਦੇ ਦੀ ਜਿੰਨੀਆਂ ਡਿਮਾਂਡਸ ਹੈ ਉਹ ਤੁਸੀਂ ਪੂਰੀਆਂ ਕਰ ਲਓ। ਸੋ ਕਈ ਵਾਰ ਇਹ ਸ਼ਿਕਾਇਤਾਂ ਜਾਇਜ਼ ਹੁੰਦੀਆਂ ਜੀ। ਉਹਨਾਂ ਕੇਸਿਸ 'ਚ ਮੈਂ ਹੱਥ ਬੰਨ੍ਹ ਕੇ ਮਾਫੀ ਮੰਗ ਲੈਂਦਾ ਹੁੰਦਾ। ਕਈ ਥੋੜ੍ਹੇ ਨਜਾਇਜ਼ ਵੀ ਆਪਾਂ ਨੂੰ ਸ਼ਿਕਾਇਤਾਂ ਆ ਜਾਂਦੀਆਂ ਜੀ। ਉੱਥੇ ਵੀ ਮੈਂ ਚਲੋ ਜੀ ਮੈਂ ਕੋਸ਼ਿਸ਼ ਕਰਦਾ ਕਿ ਉਹਨਾਂ ਨੂੰ ਕਿਵੇਂ ਨਾ ਕਿਵੇਂ ਮਨਾ ਲਵਾਂ। ਠੀਕ ਹੈ। ਔਰ ਬਾਦਲ ਪਰਿਵਾਰ ਦੀ ਮੈਂ ਪਹਿਲਾਂ ਜ਼ਿਕਰ ਕਰਿਆ ਕਿ ਤੀਸਰੀ ਪੀੜ੍ਹੀ ਹੈ ਇਹ, ਔਰ ਕਿ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਕਿ ਸਿਆਸਤ ਦੇ ਵਿੱਚ ਆਉਣ ਦਾ ਮੂਡ ਹੈਗਾ ਮਨਪ੍ਰੀਤ ਬਾਦਲ ਹੋਣਾ ਦੇ ਬੇਟੇ ਅਰਜੁਨ ਬਾਦਲ ਹੋਣਾ ਦਾ? ਜੀ ਇਸ ਵੇਲੇ ਮੇਰਾ ਸਿਆਸਤ ਵਿੱਚ ਇੱਕ ਐਕਟਿਵ ਤੌਰ 'ਤੇ ਆਉਣ ਦਾ ਕੋਈ ਐਸਾ ਫੈਸਲਾ ਨਹੀਂ ਜੀ, ਅਤੇ ਨਾ ਹੀ ਮੈਂ ਆਉਣ ਵਾਲੀ ਚੋਣ ਲੜ ਰਿਹਾ ਜਾਂ ਉਸ ਤੋਂ ਅਗਲੀ ਚੋਣ ਦਾ ਲੜਨ ਦਾ ਕੋਈ ਇਰਾਦਾ ਹੈ ਮੇਰਾ। ਵੇਖੋ ਜੀ, ਮੇਰੀ ਤਾਂ ਪੜ੍ਹਾਈ ਪਿਛਲੇ ਸਾਲ ਮੁੱਕੀ ਹੈ ਜੀ। ਪਿਛਲੇ ਸਾਲ ਮੈਂ ਕੈਂਬਰਿਜ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਈ ਹਾਂ, ਮੇਰੀ ਡਿਗਰੀ ਮੁਕੰਮਲ ਹੋਈ ਹੈ, ਅਤੇ ਮੈਂ ਚਾਹੁੰਦਾ ਜੀ ਕਿ ਕੁਛ ਸਾਲਾਂ ਵਾਸਤੇ ਮੈਂ ਕੋਈ ਆਪਦਾ ਆਜ਼ਾਦ ਕੰਮ ਕਰਾਂ ਜੀ, ਉਹੋ ਜਿਹਾ ਕੰਮ ਜਿਹਦਾ ਮੇਰੇ ਪਿਤਾ ਜੀ ਨਾਲ ਜਾਂ ਮੇਰੇ ਪਰਿਵਾਰ ਨਾਲ ਕੋਈ ਤਲਕ ਨਾ ਹੋਵੇ। ਅਤੇ ਥੋੜ੍ਹੇ ਜਿਹੇ ਸਾਲਾਂ ਵਾਸਤੇ ਜੀ ਮੈਂ ਉਹ ਆਪਦਾ ਕੋਈ ਆਜ਼ਾਦ ਕੰਮ ਕਰਾਂਗਾ। ਮੈਂ ਇਲੈਕਸ਼ਨ ਨਹੀਂ ਲੜ ਰਿਹਾ। ਲੋਕ ਯਕੀਨ ਨਹੀਂ ਕਰਦੇ, ਮੈਨੂੰ ਵਾਰ-ਵਾਰ ਆਹ ਸਵਾਲ ਪੁੱਛਦੇ ਨੇ। ਮੈਂ ਸਿਰਫ ਆਪਦੇ ਪਿਤਾ ਜੀ ਦੀਆਂ ਇਲੈਕਸ਼ਨਾਂ ਵੇਲੇ ਇੱਥੇ ਉਹਨਾਂ ਦਾ ਸਾਥ ਦੇਣਾ ਹੁੰਦਾ ਬਸ। ਕਿਉਂਕਿ ਅੱਜ ਕੱਲ੍ਹ ਲੋਕ ਇਹ ਸੋਚਦੇ ਆ ਨਾ ਕਿ ਮਨਪ੍ਰੀਤ ਬਾਦਲ ਹੋਣਾ ਦਾ ਮੁੰਡਾ ਭਾਈ, ਪਿੰਡਾਂ ਵਾਲੇ ਤਾਂ ਖਾਸ ਤੌਰ 'ਤੇ, ਕਿ ਮਨਪ੍ਰੀਤ ਬਾਦਲ ਦਾ ਮੁੰਡਾ ਦੇਖੋ ਐਕਟਿਵ ਹੋ ਗਿਆ ਭਾਈ ਇਲੈਕਸ਼ਨ ਦੇ ਵਿੱਚ, ਔਰ ਇਹਨੇ ਜ਼ਰੂਰ ਆਪਦੀ ਜਗ੍ਹਾ ਪੱਕੀ ਕਰ ਰਹੇ ਹੋਣੇ ਆ, ਔਰ ਇਲੈਕਸ਼ਨ ਲੜਨ ਦਾ ਮੂਡ ਹੋਣਾ, ਜਾਂ ਫਿਰ ਤੁਹਾਡੇ ਕੋਲੇ ਚਲੋ ਬੈਕਅਪ ਹੈਗਾ ਮਨਪ੍ਰੀਤ ਸਿੰਘ ਬਾਦਲ ਹੋਣਾ ਦਾ ਵੱਡਾ ਨਾਮ, ਔਰ ਉਹਨਾਂ ਦੇ ਬੇਸ 'ਤੇ ਇਸ ਤਰ੍ਹਾਂ ਦੀ ਵੀ ਚਰਚਾ ਜਦੋਂ ਚੱਲਦੀ ਜੀ। ਮੈਂ ਆਪਦੀ ਪਹਿਲੀ ਸਪੀਚ 5 ਸਾਲ ਦੀ ਉਮਰ 'ਚ ਦਿੱਤੀ ਸੀ ਜੀ, ਅਤੇ 2012 ਵਾਲੀ ਜਿਹੜੀ ਇਲੈਕਸ਼ਨ ਸੀ ਉਦੋਂ ਕਿਉਂਕਿ ਆਪਣੀ ਇੱਕ ਨਵੀਂ ਪਾਰਟੀ ਸੀ ਜੀ, ਅਤੇ ਲੋਕ ਵੀ ਘੱਟ ਸੀ ਕੈਂਪੇਨ ਕਰਨ ਵਾਸਤੇ, ਮੈਂ ਆਪਦਾ ਇੱਕ ਆਜ਼ਾਦ ਤੌਰ 'ਤੇ ਕੈਂਪੇਨ ਵੀ ਬਹੁਤ ਚਲਾਇਆ ਜੀ PPP 'ਚ। 5 ਸਾਲ ਦੀ ਉਮਰ ਦੇ ਵਿੱਚ ਤੁਸੀਂ ਕੈਂਪੇਨਿੰਗ ਕਰਦੇ? ਨਹੀਂ ਜੀ, ਚਲੋ ਕੈਂਪੇਨਿੰਗ ਤਾਂ ਨਹੀਂ ਕਹਿ ਸਕਦੇ। ਠੀਕ ਹੈ, ਸਪੀਚ ਜਾਂ ਕਹਿ ਲਓ ਕਿ ਮੇਰੀ ਉਮਰ ਬਹੁਤ ਛੋਟੀ ਸੀ ਜੀ। ਮੈਨੂੰ ਸਟੇਜ 'ਤੇ ਚੜ੍ਹਾ ਕੇ ਉਹੀ ਮਤਲਬ ਲੋਕਾਂ ਨੂੰ ਥੋੜ੍ਹਾ ਹਸਾਉਣ ਵਾਸਤੇ ਮੈਨੂੰ ਸਪੀਚ ਕਰਵਾ ਦਿੰਦੇ ਸੀ। ਪਹਿਲੀ ਜਿਹੜੀ ਮੈਂ ਅਸਲ ਤੌਰ 'ਤੇ ਜੋ ਕੈਂਪੇਨ ਕਹਿ ਸਕਦਾ ਉਹ ਮੈਂ ਕੀਤੀ ਸੀ ਜੀ ਸਾਲ 2012 'ਚ। ਉਦੋਂ ਮੇਰੀ 16 ਸਾਲ ਦੀ ਉਮਰ ਸੀ, ਅਤੇ ਮੈਂ ਕਾਫੀ ਜ਼ੋਰਾਂ ਸ਼ੋਰਾਂ ਨਾਲ, ਉਦੋਂ ਵੀ ਮੈਂ ਸਕੂਲ ਤੋਂ, ਬੋਰਡਿੰਗ ਸਕੂਲ ਤੋਂ ਮੈਂ 2 ਮਹੀਨਿਆਂ ਦੀ ਛੁੱਟੀ ਲੈ ਕੇ ਕਾਫੀ ਕੈਂਪੇਨਿੰਗ ਕੀਤੀ ਸੀ। ਉਦੋਂ ਵੀ ਲੋਕ ਕਹਿ ਰਹੇ ਸੀ ਕਿ ਸ਼ਾਇਦ ਇਹ ਸਿਆਸਤ 'ਚ ਆਵੇ, ਪਰ ਜੀ ਹੁਣ 16 ਸਾਲ ਦੀ ਉਮਰ 'ਚ ਤੁਸੀਂ ਕੀ ਸਿਆਸਤ 'ਚ ਆਉਣਾ ਜੀ? 25 ਸਾਲ ਦੀ ਉਮਰ ਤੋਂ ਪਹਿਲਾਂ ਤਾਂ ਤੁਸੀਂ ਇਲੈਕਸ਼ਨ ਵੀ ਨਹੀਂ ਲੜ ਸਕਦੇ। ਸੋ ਚਰਚਾ ਤਾਂ ਵੇਖੋ ਚੱਲਦੀ ਹੁੰਦੀ ਹੈ, ਪਰ ਮੈਂ ਇਹ ਨਹੀਂ ਮੰਨਦਾ ਜੀ ਬਿਲਕੁਲ ਵੀ ਕਿ ਕਿਉਂਕਿ ਮੈਂ ਇੱਕ ਸਿਆਸੀ ਖਾਨਦਾਨ ਤੋਂ ਹਾਂ, ਕਿਉਂਕਿ ਮੈਂ ਬਾਦਲ ਖਾਨਦਾਨ ਤੋਂ ਹੈਗਾ, ਕਿ ਇਹ ਇੱਕ ਬੈਕਅਪ ਹੈ ਮੇਰੇ ਵਾਸਤੇ। ਵੇਖੋ ਜੀ, ਸਿਆਸਤ 'ਚ ਚਲੋ ਤੁਸੀਂ ਸ਼ਾਇਦ ਇੱਕ ਇਲੈਕਸ਼ਨ ਜਿੱਤ ਸਕੋ ਆਪਦੇ ਪਿਤਾ ਜੀ ਕਰਕੇ, ਆਪਦੀ ਫੈਮਿਲੀ ਕਰਕੇ, ਪਰ ਜੀ ਲਗਾਤਾਰ ਇਲੈਕਸ਼ਨਾਂ ਜਿੱਤਣੀਆਂ ਬਹੁਤ ਔਖਾ ਕੰਮ ਹੈ, ਅਤੇ ਇਸ ਕੰਮ 'ਚ ਤੁਸੀਂ ਸਿਰਫ ਤਾਂ ਕਾਮਯਾਬ ਹੋ ਸਕਦੇ ਹੋ ਜੇ ਲੋਕਾਂ ਦਾ ਸਾਥ ਹੋਵੇ, ਅਤੇ ਜੇ ਤੁਸੀਂ ਲੋਕਾਂ ਵਾਸਤੇ ਕੁਛ ਨਾ ਕੁਛ ਡਿਲੀਵਰ ਕਰੋ, ਜੇ ਤੁਸੀਂ ਕੁਛ ਨਾ ਕੁਛ ਕੰਮ ਕਰਕੇ ਵਿਖਾਓ। ਸੋ ਮੈਂ ਕੋਈ ਨਾ ਕੋਈ ਕੰਮ ਕਰਕੇ ਆਪਦਾ ਬੈਕਅਪ ਬਣਾਉਣਾ ਚਾਹੁੰਦਾ, ਅਤੇ ਫਿਰ ਸ਼ਾਇਦ ਮੈਂ ਸਿਆਸਤ 'ਚ ਕਦਮ ਦਾ ਜ਼ਿਕਰ ਕੀਤਾ 2-3 ਵਾਰ, ਕੰਮ ਦਾ, ਬਿਜ਼ਨਸ ਦਾ ਜ਼ਿਕਰ ਕੀਤਾ। ਕੀ ਬਿਜ਼ਨਸ ਕਰਨ ਦੀ ਇੱਛਾ ਹੈਗੀ ਹੈ ਜਾਂ ਕਿੱਧਰਲੇ ਬੰਨੇ ਜਾਂ ਕੰਮ ਕਰ ਰਹੇ ਹੋ ਕੁਝ? ਨਹੀਂ ਜੀ, ਮੈਂ ਬਿਜ਼ਨਸ ਨਹੀਂ ਆਖਿਆ, ਮੈਂ ਕੰਮ ਆਖਿਆ। ਉਹ ਕੀ ਕੰਮ ਹੋਵੇਗਾ ਜੀ ਇਸ ਵੇਲੇ ਮੈਂ ਵੀ ਨਹੀਂ ਫੈਸਲਾ ਕੀਤਾ, ਅਤੇ ਜਿੰਨੀ ਦੇਰ ਫੈਸਲਾ ਨਹੀਂ ਪੱਕਾ ਹੁੰਦਾ ਮੈਂ ਉਹਦੇ ਬਾਰੇ ਗੱਲ ਕਰਨਾ ਪਸੰਦ ਨਹੀਂ ਕਰਾਂਗਾ ਜੀ। ਠੀਕ ਹੈ। ਔਰ ਇੱਕ ਸਵਾਲ ਮੇਰਾ, ਲਗਾਤਾਰ ਚਰਚਾ ਜਦੋਂ ਤੱਕ ਤੁਹਾਡਾ ਸਫ਼ਰ ਰਹੇਗਾ, ਜਿੱਥੋਂ ਤੱਕ ਘਰ ਤੱਕ ਪਹੁੰਚਣਾ, ਨੇੜੇ ਜਾ ਕੇ ਅਸੀਂ ਉਤਰ ਜਾਵਾਂਗੇ, ਕਿਉਂਕਿ ਤੁਸੀਂ ਵੀ ਲਗਾਤਾਰ ਪੂਰਾ ਦਿਨ ਕੈਂਪੇਨਿੰਗ ਕੀਤੀ ਹੈ। ਔਰ ਸੁਖਬੀਰ ਸਿੰਘ ਬਾਦਲ ਹੋਣੀ ਤੁਹਾਡੇ ਚਾਚਾ ਜੀ ਨੇ, ਮੇਰੇ ਤਾਇਆ ਜੀ ਨੇ ਸੁਖਬੀਰ ਸਿੰਘ ਬਾਦਲ ਤੁਹਾਡੇ, ਔਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲ ਹੋ ਜਾਂਦੀ ਹੈ ਗੱਲਬਾਤ ਫੋਨ 'ਤੇ ਜੀ? ਸੁਖਬੀਰ ਬਾਦਲ ਜੀ ਅਕਾਲੀ ਦਲ ਦੇ ਪ੍ਰੈਜ਼ੀਡੈਂਟ ਨੇ। ਅਸੀਂ ਅਕਾਲੀ ਦਲ ਤੋਂ ਹੁਣ ਅਲੱਗ ਹੋ ਗਏ ਨੇ, ਆਪਣੀਆਂ ਜੋ ਸਿਆਸੀ ਵਿਚਾਰਧਾਰਾ ਨੇ ਉਹ ਵੱਖਰੀਆਂ, ਅਤੇ ਸਿਆਸਤ ਆਪਦੀ ਜਗ੍ਹਾ ਹੈ ਜੀ, ਅਤੇ ਚਲੋ ਪਰਿਵਾਰਕ ਰਿਸ਼ਤੇ ਆਪਦੀ ਥਾਂ ਹੈ ਜੀ। ਅਤੇ ਮੈਂ ਜੀ ਸਿਆਸੀ ਗੱਲਾਂ 'ਤੇ ਜ਼ਰੂਰ ਮਤਲਬ ਇੱਥੇ ਗੱਲਬਾਤ ਕਰਨ ਨੂੰ ਤਿਆਰ ਹਾਂ, ਪਰ ਜੋ ਜੀ ਆਪਣੇ ਪਰਸਨਲ ਫੈਮਿਲੀ ਮੈਟਰਸ ਨੇ ਜੀ, ਉਹਨਾਂ ਨੂੰ ਇੱਕ ਇੰਟਰਵਿਊ 'ਚ ਡਿਸਕਸ ਕਰਨ ਦਾ ਮੈਂ ਮੁਨਾਸਿਬ ਨਹੀਂ ਸਮਝਦਾ ਜੀ। ਜੀ ਮੈਂ ਵੈਸੇ ਪੁੱਛਾਂ, ਚਲੋ ਕਿ ਸਿਸਟਰਸ ਨੇ ਤੁਹਾਡੇ, ਸੁਖਬੀਰ ਬਾਦਲ ਹੋਣਾ ਦੀਆਂ ਬੇਟੀਆਂ ਨੇ ਜਾਂ ਉਹਨਾਂ ਦਾ ਬੇਟਾ ਅਨੰਤਵੀਰ, ਉਹਨਾਂ ਨਾਲ ਗੱਲਬਾਤ ਹੁੰਦੀ ਹੋਵੇ? ਉਹਨਾਂ ਨਾਲ ਹੁੰਦੀ ਹੈ ਗੱਲਬਾਤ? ਉਹ ਤਾਂ ਭਰਾ ਭੈਣ ਨੇ ਤੁਹਾਡੇ। ਜੀ ਬਿਲਕੁਲ ਜੀ, ਮਤਲਬ ਉਹਨਾਂ ਦਾ ਕੀ ਲੈਣਾ ਦੇਣਾ ਜੀ ਕਿਸੇ ਸਿਆਸਤ ਨਾਲ, ਕਿਸੇ ਹੋਰ ਚੀਜ਼ ਨਾਲ ਜੀ? ਉਹਨਾਂ ਨਾਲ ਬਿਲਕੁਲ ਹੋ ਜਾਂਦੀ ਹੈ ਗੱਲਬਾਤ। ਰੱਖੜੀ ਬਣਾਈ ਹੈ ਭੈਣਾਂ ਤੋਂ ਕਦੇ ਉਹਨਾਂ ਤੋਂ? ਆਈ ਹੈ ਜੀ, ਬਣਵਾਈ ਹੈ ਜੀ, ਰੀਸੈਂਟਲੀ ਵੀ ਹੈ? ਰੀਸੈਂਟਲੀ ਵੀ ਜੀ।
ਜੀ। ਠੀਕ ਹੈ, ਔਰ ਉਹਨਾਂ ਦੇ ਨਾਲ ਪਿਆਰ ਰਹੇਗਾ ਬਰਕਰਾਰ, ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਬੇਸ਼ੱਕ ਸਿਆਸੀ ਤੌਰ ਤੇ ਵੱਖਰੇਵੇਂ ਹੋ ਗਏ ਔਰ ਅਲੱਗ ਹੋ ਗਏ, ਪਰ ਉਹਨਾਂ ਦੇ ਨਾਲ ਤੁਹਾਨੂੰ ਲੱਗਦਾ ਕਿ ਜਿਹੜੀਆਂ ਦੂਰੀਆਂ ਅਗਲੀ ਪੀੜ੍ਹੀ ਆ ਉਹ ਮਿਟਾ ਲਊਗੀ ਦੂਰੀਆਂ? ਜੀ ਮੈਂ ਬਿਲਕੁਲ ਮੈਂ ਚਾਹੁੰਦਾ ਜੀ ਕਿ ਆਪਣੇ ਵਿੱਚ ਕੋਈ ਫਰਕ ਨਾ ਰਵੇ, ਕਿਉਂਕਿ ਮੇਰਾ ਵੀ ਜੀ ਇਸ ਵੇਲੇ ਇੱਕ ਐਕਟਿਵ ਤੌਰ ਤੇ ਕੋਈ ਸਿਆਸੀ ਕਰੀਅਰ ਨਹੀਂ ਨਾ ਉਹਨਾਂ ਦਾ। ਸੋ ਮੈਂ ਜੀ ਮਤਲਬ ਕਿਸੇ ਵੇਖੋ ਜੀ, ਮੇਰੇ ਪਿਤਾ ਜੀ, ਮੈਂ ਕਾਫੀ ਇੰਟਰਵਿਊ 'ਚ ਗੱਲ ਆਖੀ ਹੈ ਜੀ, ਮੇਰੇ ਪਿਤਾ ਜੀ ਮਨਪ੍ਰੀਤ ਬਾਦਲ ਤੇ ਮੇਰੇ ਤਾਇਆ ਜੀ ਸੁਖਬੀਰ ਬਾਦਲ ਦੀ ਜਿਹੜੀ ਸਿਆਸੀ ਸੋਚ ਹੈ ਉਹ ਬਹੁਤ ਵੱਖਰੀ ਹੈ। ਉਹ ਆਪਦੀ ਸਿਆਸਤ ਪਿੱਛੇ ਲੜਦੇ ਹੈ, ਅਸੀਂ ਆਪਦੇ ਸੋਚ ਪਿੱਛੇ ਲੜਦੇ ਹਾਂ। ਪਰ ਇਹਦਾ ਇਹ ਮਤਲਬ ਥੋੜ੍ਹੀ ਹੈ ਕਿ ਮੈਂ ਉਹਨਾਂ ਦੇ ਜਵਾਕਾਂ ਨਾਲ ਦੁਸ਼ਮਣੀ ਪਾ ਲਾਂਗਾ। ਅੱਛਾ, ਸਿਰਫ ਉਹਨਾਂ ਦੀ ਗੱਲ ਨਹੀਂ, ਉਹ ਤਾਂ ਚਲੋ ਮੇਰੇ ਰਿਸ਼ਤੇਦਾਰ ਨੇ, ਪੰਜਾਬ ਵਿੱਚ ਹੋਰ ਬੜੇ ਸਿਆਸਤਦਾਨ ਨੇ ਜਿਨ੍ਹਾਂ ਨਾਲ ਸਾਡੀ ਸੋਚ ਨਹੀਂ ਰਲਦੀ। ਮੇਰੇ ਉਹਨਾਂ ਦੇ ਬੱਚਿਆਂ ਨਾਲ, ਬੇਟੀਆਂ ਨਾਲ ਮੇਰੇ ਬਿਲਕੁਲ ਠੀਕ ਤਾਲੁਕਾਤ ਨੇ। ਮਤਲਬ ਮੇਰੇ ਪਿਤਾ ਜੀ ਦੇ ਕੋਈ ਸਿਆਸੀ ਕੋਈ ਮੁਖਾਲਫਤ ਵੀ ਜੇ ਹੋ ਜੇ, ਮੈਂ ਅਗਲੇ ਦੇ ਬੇਟੇ ਨਾਲ ਥੋੜ੍ਹੀ ਦੁਸ਼ਮਣੀ ਪਾਲ ਲੈਣੀ ਹੈ। ਸੋ ਸਿਆਸਤ ਆਪਦੀ ਥਾਂ ਹੁੰਦੀ ਹੈ ਜੀ, ਜ਼ਿਆਤੀ ਤਾਲੁਕਾਤ ਆਪਦੇ ਥਾਂ ਹੁੰਦੇ। ਉਹਨਾਂ ਦਾ ਪਰਿਵਾਰ ਵੀ ਕੈਂਪੇਨਿੰਗ ਕਰ ਰਿਹਾ ਹੈ ਇਸ ਵਾਰ, ਕਿਉਂਕਿ ਅਨੰਤਵੀਰ ਹੁਣੇ ਵੀ ਔਰ ਸੁਖਬੀਰ ਬਾਦਲ ਹੁਣਾਂ ਦੀਆਂ ਬੇਟੀਆਂ ਵੀ ਜਲਾਲਾਬਾਦ ਦੇ ਵਿੱਚ ਕੈਂਪੇਨਿੰਗ ਕਰ ਰਹੀਆਂ ਨੇ। ਔਰ ਕਦੇ ਇਸ ਚੀਜ਼ ਨੂੰ ਲੈ ਕੇ ਵੀ ਚਰਚਾ ਹੁੰਦੀ ਹੈ ਭਾਈ, ਕੈਂਪੇਨਿੰਗ ਨੂੰ ਲੈ ਕੇ, ਜਾਂ ਰੀਸੈਂਟਲੀ ਇਹਨਾਂ ਚੀਜ਼ਾਂ ਨੂੰ ਲੈ ਕੇ ਕੋਈ ਚਰਚਾ ਨਹੀਂ? ਇਹ ਮੈਂ ਤੁਹਾਡੇ ਤੋਂ ਹੀ ਗੱਲ ਸੁਣੀ ਹੈ ਜੀ, ਇਹਨਾਂ ਨਾਲ ਤਾਂ ਕੋਈ ਡਿਸਕਸ਼ਨ ਨਹੀਂ ਹੋਈ। ਇਹ ਮੈਂ ਮੀਡੀਆ 'ਚ ਹੀ ਖਬਰ ਪੜ੍ਹੀ ਹੈ, ਬਾਕੀ ਮੈਨੂੰ ਕੋਈ ਜਾਣਕਾਰੀ ਨਹੀਂ ਇਸ ਗੱਲ ਬਾਰੇ ਜੀ। ਠੀਕ ਹੈ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਮਨਪ੍ਰੀਤ ਸਿੰਘ ਬਾਦਲ ਹੁਣਾਂ ਤੋਂ? ਖੈਰ ਤੁਸੀਂ ਤਾਂ ਗਾਈਡੈਂਸ ਦਿੰਦੇ ਹੋਗੇ, ਪਰ ਤੁਹਾਨੂੰ ਫੀਡਬੈਕ ਕਲੈਕਟ ਕਰਦੇ ਹੋ ਕਿ ਆਹ ਚੀਜ਼ ਤੁਹਾਡੀ ਨੈਗੇਟਿਵ ਚੱਲ ਰਹੀ ਹੈ ਮਾਰਕੀਟ ਦੇ ਵਿੱਚ, ਜਾਂ ਇਸ ਚੀਜ਼ ਨੂੰ ਲੈ ਕੇ ਨੈਗੇਟਿਵ ਚੱਲ ਰਹੀ ਹੈ, ਆਹ ਚੀਜ਼ਾਂ ਤੁਹਾਡੀਆਂ ਪੋਜ਼ਿਟਿਵ ਚੱਲ ਰਹੀਆਂ ਨੇ, ਇਹਨਾਂ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ, ਜਾਂ ਇਹਨਾਂ ਦੇ ਵਿੱਚ ਆਹ ਖਾਮੀਆਂ ਦੂਰ ਹੋਣੀਆਂ ਚਾਹੀਦੀਆਂ, ਇਸ ਤਰ੍ਹਾਂ ਦਾ ਫੀਡਬੈਕ ਦਿੰਦੇ ਹੋ ਤੁਸੀਂ ਮਨਪ੍ਰੀਤ ਬਾਦਲ ਜੀ ਦੀ ਗੱਲ ਕਰ ਰਹੇ ਹੋ ਜੀ ਕਿ ਉਹਨਾਂ ਦੀ ਕੋਈ ਨੈਗੇਟਿਵ ਫੀਡਬੈਕ ਹੈ ਜਾਂ ਪੋਜ਼ਿਟਿਵ ਜੋ ਵੀ? ਹਾਂਜੀ, ਵੇਖੋ ਆਪਣੀਆਂ ਜੋ ਦਫ਼ਤਰ 'ਚ ਮੀਟਿੰਗਾਂ ਹੁੰਦੀਆਂ ਜੀ, ਕੈਂਪੇਨ ਦੇ ਮੁਤਲਕ ਜੋ ਮੀਟਿੰਗਾਂ ਹੋ ਰਹੀ ਹੁੰਦੀਆਂ ਕਿ ਆਪਣੀ ਕੀ ਸਟ੍ਰੈਟਜੀ ਇਸ ਵੇਲੇ ਚੱਲ ਰਹੀ ਹੈ, ਕਿਹੜੀਆਂ ਚੀਜ਼ਾਂ ਨੂੰ ਲੈ ਕੇ ਆਪਾਂ ਵੋਟਰਾਂ ਨੂੰ ਜੋੜ ਰਹੇ ਹਾਂ ਆਪਦੇ ਨਾਲ। ਇਹਦੇ 'ਚ ਜ਼ਾਹਿਰ ਹੈ ਜੀ ਜਿਹੜੀਆਂ ਪੋਜ਼ੀਟਿਵ ਚੀਜ਼ਾਂ ਉਹਨਾਂ ਦੀ ਵੀ ਚਰਚਾ ਹੁੰਦੀ ਹੈ, ਜਿਹੜੀ ਥੋੜ੍ਹੀ ਨੈਗੇਟਿਵ ਚੀਜ਼ਾਂ ਹੁੰਦੀਆਂ ਉਹ ਵੀ ਡਿਸਕਸ ਕਰਨੀਆਂ ਬਹੁਤ ਜ਼ਰੂਰੀ ਹੈ। ਅਤੇ ਇਹ ਜਿਹੜੀ ਹੈਲਥੀ ਕ੍ਰਿਟਿਸਿਜ਼ਮ ਹੈ ਜੀ, ਇਹ ਤਨਖੀਦ ਹਰੇਕ ਬੰਦੇ ਨੂੰ ਸੁਣਨੀ ਪੈਂਦੀ ਹੈ, ਪਰ ਇਹ ਇੱਕ ਪ੍ਰੋਫੈਸ਼ਨਲ ਤਰੀਕੇ ਨਾਲ ਜੀ ਆਪਣੇ ਕੈਂਪੇਨ ਰੂਮ 'ਚ ਆਪਣੇ ਦਫ਼ਤਰ 'ਚ ਡਿਸਕਸ ਕੀਤੀਆਂ ਜਾਂਦੀਆਂ ਜੀ। ਇਹਨਾਂ ਨੂੰ ਲੈ ਕੇ ਜਿੱਥੇ ਵੀ ਕਿਤੇ ਇੰਟਰਵਿਊ ਦੇ ਵਿੱਚ ਮਨਪ੍ਰੀਤ ਬਾਦਲ ਹੁਣਾਂ ਦਾ ਜ਼ਿਕਰ ਆਉਂਦਾ, ਉਹ ਚੀਜ਼ਾਂ ਵੀ ਤੁਸੀਂ ਕਰਦੇ ਹੋ ਕੰਸੀਡਰ ਬਈ ਇੱਥੇ ਚੀਜ਼ਾਂ ਸਾਨੂੰ ਸੁਧਾਰ ਕਰਨ ਦੀ ਲੋੜ ਹੈ? ਕਿਉਂਕਿ ਪਿਛਲੇ ਦਿਨ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਕਹਿੰਦੇ ਮੈਨੂੰ ਤਾਂ ਕਹਿੰਦੇ ਖਜ਼ਾਨਾ ਖਾਲੀ ਹੈ, ਚੰਨੀ ਵੇਲੇ ਕਹਿੰਦੇ ਖਜ਼ਾਨਾ ਭਰਤਾ ਸਾਰਾ, ਕਹਿੰਦੇ ਚੰਨੀ ਵੇਲੇ ਤਾਂ ਸਾਰੇ ਕੁਬੇਰ ਦੇ ਜਿਹੜੇ ਦਰਵਾਜ਼ੇ ਸੀ ਸਾਰੇ ਖੋਲ੍ਹਤੇ, ਸਾਰਾ ਖਜ਼ਾਨਾ ਖੋਲ੍ਹਤਾ ਕਹਿੰਦੇ। ਪਰ ਇਹਦਾ ਕੈਪਟਨ ਅਮਰਿੰਦਰ ਸਿੰਘ ਤੇ ਚੰਨੀ ਕਰਕੇ ਆਨੀ ਫਰਕ ਪਿਆ ਜੀ। ਅਸਲ 'ਚ FM ਸਾਹਿਬ ਜਦੋਂ 2017 'ਚ ਜਦੋਂ ਆਪਣੀ ਸਰਕਾਰ ਬਣੀ ਹੈ, ਜਦੋਂ ਫਾਈਨੈਂਸ ਮਿਨਿਸਟਰ ਬਣੇ ਨੇ, ਉਹਨਾਂ ਨੇ ਇੱਕ ਗੱਲ ਆਖੀ ਸੀ ਕਿ ਅਕਾਲੀ ਦਲ ਨੇ ਬਹੁਤ ਜ਼ਿਆਦਾ ਕਰਜ਼ਾ ਪੰਜਾਬ ਸਰਕਾਰ 'ਤੇ ਖੜਾ ਕਰ ਦਿੱਤਾ ਹੈ। 2.5 ਲੱਖ ਕਰੋੜ ਦਾ ਕਰਜ਼ਾ ਹੈ, 35,000 ਕਰੋੜ ਦੇ ਪੈਂਡਿੰਗ ਡਿਊਜ਼ ਸੀਗੇ, ਮਤਲਬ ਕਰਜ਼ਾ ਆਪਦੀ ਥਾਂ 'ਤੇ ਸੀ, 35,000 ਕਰੋੜ ਦੇ ਬਿੱਲ ਦੇਣੇ ਸੀ ਪੰਜਾਬ ਸਰਕਾਰ ਨੇ, ਠੇਕੇਦਾਰਾਂ ਦੇ ਹੋਰ ਕਿਸਮ ਦੇ ਡਿਊਜ਼। ਮਨਪ੍ਰੀਤ ਬਾਦਲ ਜੀ ਨੇ ਗੱਲ ਆਖੀ ਸੀ, ਜੇ ਤੁਸੀਂ ਖਰਚਾ ਕਰਨਾ ਚਾਹੁੰਦੇ ਹੋ ਥੋੜ੍ਹਾ ਜਿਹਾ ਮੈਨੂੰ ਸੁਧਾਰ ਕਰਨ ਦਾ ਟਾਈਮ ਦਿਓ। ਹੁਣ ਮੰਨ ਲਓ ਜੀ ਕੋਈ ਤੁਹਾਡੇ ਕੋਈ ਜ਼ਿਆਦੀ ਫਾਈਨੈਂਸਿਸ ਹੋਣ, ਤੁਹਾਡੇ ਸਿਰ 'ਤੇ ਬਹੁਤ ਜ਼ਿਆਦਾ ਕਰਜ਼ਾ ਹੋਵੇ, ਤੁਸੀਂ ਲੋਕਾਂ ਦੇ ਪੈਸੇ ਦੇਣੇ ਹੋਣ, ਤੁਹਾਡੀ ਆਮਦਨ ਨਾ ਹੋਵੇ, ਅਤੇ ਤੁਹਾਡਾ ਜੀ ਕਰੇ ਕਿ ਮੈਂ ਜੀ ਬਾਹਰ ਜਾਣਾ ਹੈ ਯੂਨੀਵਰਸਿਟੀ 'ਚ ਪੜ੍ਹਨ, ਮੈਂ ਕੁਝ ਖਰਚੇ ਕਰਨੇ ਹੈ, ਤੁਸੀਂ ਕੀ ਕਰੋਗੇ? ਤੁਸੀਂ ਸਭ ਤੋਂ ਪਹਿਲਾਂ ਆਪਦੇ ਬਿਲਸ ਕਲੀਅਰ ਕਰੋਗੇ, ਤੁਸੀਂ ਕੋਸ਼ਿਸ਼ ਕਰੋਗੇ ਕਿ ਮੇਰੀ ਆਮਦਨ ਵਧੇ, ਮੇਰੇ 'ਤੇ ਜਿਹੜਾ ਫਾਈਨੈਂਸ਼ੀਅਲ ਬੋਝ ਹੈ ਉਹ ਕੰਮ ਹੋਵੇ, ਉਹ ਘੱਟ ਹੋਵੇ, ਮੇਰੀ ਆਮਦਨ ਵਧੇ, ਫਿਰ ਤੁਸੀਂ ਜੋ ਜੀ ਚਾਹੋ ਤੁਸੀਂ ਆਪਦਾ ਖਰਚਾ ਕਰ ਸਕਦੇ ਹੋ। ਮਨਪ੍ਰੀਤ ਬਾਦਲ ਜੀ ਨੇ ਕੈਬਨਿਟ ਤੋਂ, ਬਾਕੀ MLAs ਤੋਂ ਜੀ, ਵਿਧਾਨ ਸਭਾ ਵਿੱਚ ਅਤੇ ਪਬਲਿਕ ਤੋਂ ਇੱਕ ਮਤਲਬ ਦਰਖਾਸਤ ਕੀਤੀ ਸੀ ਜੀ ਕਿ ਮੈਨੂੰ 3 ਸਾਲ ਦਿਓ, ਮਾੜੀ ਜੀ ਮੈਨੂੰ ਸੁਧਾਰ ਲਿਆਉਣ ਦਿਓ। ਇੱਕ ਤਾਂ ਜੀ 3 ਸਾਲਾਂ 'ਚ 2017 ਤੋਂ ਲੈ ਕੇ 2020 ਦੇ ਦਰਮਿਆਨ ਜਿਹੜੇ 35,000 ਕਰੋੜ ਦੇ ਪੈਂਡਿੰਗ ਡਿਊਜ਼ ਸੀਗੇ ਉਹ ਸਾਰੇ ਕਲੀਅਰ ਕਰਤੇ। ਇੱਕ ਇਹਨਾਂ ਨੇ GST ਕਾਊਂਸਲ 'ਚ ਅਤੇ ਸੈਂਟਰਲ ਸਰਕਾਰ 'ਚ ਜਾ ਕੇ ਪੰਜਾਬ ਦੀ ਵਕਾਲਤ ਕੀਤੀ ਕਿ ਸਾਨੂੰ ਰੈਵਨਿਊ ਡੈਫਿਸਿਟ ਗ੍ਰਾਂਟ ਦਿਓ, ਕਿ ਪੰਜਾਬ 'ਤੇ ਜਿਹੜੇ ਕਰਜ਼ੇ ਦਾ ਬੋਝ ਹੈ ਕੁਛ ਟੈਰਰਿਜ਼ਮ ਦੇ ਵੇਲੇ ਤੋਂ ਵੀ ਚੱਲਦਾ ਆ ਰਿਹਾ ਹੈ, ਨੈਸ਼ਨਲ ਸਿਕਿਉਰਿਟੀ ਕੰਸਰਨ ਸੀਗੇ, ਰੈਵਨਿਊ ਡੈਫਿਸਿਟ ਗ੍ਰਾਂਟ ਪੰਜਾਬ ਨੂੰ ਮਿਲ ਨਹੀਂ ਸੀ ਰਹੀ ਪਤਾ ਨਹੀਂ ਕਿੰਨੇ ਸਾਲਾਂ ਤੋਂ। ਪਹਿਲਾ ਸਾਲ ਉਹਨਾਂ ਨੇ ਪਤਾ ਨਹੀਂ ਕਿੰਨੇ 8,000 ਕਰੋੜ ਲਿੱਤੇ, ਫਿਰ ਦੂਸਰੇ ਸਾਲ 10,000 ਕਰੋੜ, ਤੀਸਰੇ ਸਾਲ 12,000 ਕਰੋੜ। ਮਨਪ੍ਰੀਤ ਬਾਦਲ ਜੀ ਨੇ ਜੀ ਸਿੰਗਲ ਹੈਂਡਡਲੀ ਘੱਟੋ ਘੱਟ 35 ਤੋਂ 50,000 ਕਰੋੜ ਰੁਪਏ ਦਾ ਫਾਇਦਾ ਕਰਾਇਆ ਪੰਜਾਬ ਸਰਕਾਰ ਦਾ। ਸੋ ਆਪਣੇ 'ਤੇ ਫਾਈਨੈਂਸ਼ੀਅਲ ਬੋਝ ਇੱਕ ਥੋੜ੍ਹਾ ਘੱਟ ਗਿਆ,
ਆਮਦਨ ਵੱਧ ਗਈ। 2020 ਚ ਖਰਚਾ ਖੁੱਲਾ ਕਰਤਾ ਜੀ। ਹਰੇਕ ਕਾਂਗਰਸ ਦੇ ਐਮਐਲਏ ਨੂੰ, ਹਰੇਕ ਐਮਐਲਏ ਨੂੰ ਇੱਕ 10 ਕਰੋੜ ਦੀ ਗ੍ਰਾਂਟ ਦਿੱਤੀ ਗਈ ਉਹ ਖਰਚਣ ਵਾਸਤੇ। ਜਿੰਨਾ ਕੈਪੀਟਲ ਐਕਸਪੈਂਡੀਚਰ ਕੀਤਾ ਜੀ ਡਿਵੈਲਪਮੈਂਟ ਕੰਮਾਂ 'ਤੇ, ਉਹਨਾਂ ਕਦੀ ਹੋਇਆ ਹੀ ਨਹੀਂ ਸੀ ਜੀ। ਅਤੇ ਜਿਵੇਂ ਤੁਸੀਂ ਕਹਿ ਰਹੇ ਹੋ ਜੀ, ਜਦੋਂ ਚੰਨੀ ਸਾਹਿਬ ਆਏ, ਇੱਕ ਜੀ ਚੰਨੀ ਸਾਹਿਬ ਨੇ ਕਈ ਫੈਸਲੇ ਵੀ ਇਹੋ ਜਿਹੇ ਲਿੱਤੇ ਹੈ ਨਾ ਜੀ, ਮਤਲਬ ਉਹਨਾਂ ਨੇ ਮੰਗੇ ਸੀ ਫਾਈਨੈਂਸਿਸ, ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹੋ ਜਿਹੇ ਫੈਸਲੇ ਨਹੀਂ ਲਿੱਤੇ। ਲੋਕ ਕਹਿੰਦੇ ਜੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਹੁਣ ਚੰਨੀ ਸਾਹਿਬ ਨੇ ਜੋ ਡਿਸੀਜਨਸ ਅਨਾਊਂਸ ਕੀਤੇ ਹੈ ਜੀ ਪਿਛਲੇ 2-3 ਮਹੀਨਿਆਂ 'ਚ, ਇਹ ਬਗੈਰ ਪੈਸੇ ਅਨਾਊਂਸ ਕਰਤੇ। ਪੈਸਾ ਆਇਆ, ਪੈਸਾ ਸੀਗਾ, ਮਨਪ੍ਰੀਤ ਬਾਦਲ ਜੀ ਨੇ ਉਹ ਪੈਸੇ ਦਾ ਇੰਤਜ਼ਾਮ ਕੀਤਾ, ਤਾਂ ਇਹ ਡਿਸੀਜਨਸ ਹੋਏ ਹੈ। ਮੁਲਾਜ਼ਮਾਂ ਦੀਆਂ ਤਨਖਾਹਾਂ ਜੋ 15-15, 20-20 ਹਜ਼ਾਰ ਰੁਪਇਆ ਪਰ ਮੰਥ ਜਿਹੜੀਆਂ ਵਧੀਆਂ, ਇਹ ਤਾਂ ਵਧੀਆਂ ਕਿਉਂਕਿ ਐਫਐਮ ਸਾਹਿਬ ਨੇ ਸਹੀ ਫੈਸਲੇ ਲਿੱਤੇ ਹੈ ਜੀ। ਸਰਕਾਰ, ਅਕਾਲੀ ਸਰਕਾਰ ਰੂਟੀਨਲੀ ਓਵਰਡਰਾਫਟ ਵਿੱਚ ਚਲੀ ਜਾਂਦੀ ਸੀ। ਮੁਲਾਜ਼ਮਾਂ ਨੂੰ ਤਨਖਾਹਾਂ ਮਹੀਨੇ ਲੇਟ ਪਹੁੰਚਦੀਆਂ ਸੀ। ਜਦੋਂ ਦੇ ਮਨਪ੍ਰੀਤ ਬਾਦਲ ਜੀ ਫਾਈਨੈਂਸ ਮਿਨਿਸਟਰ ਬਣੇ ਹੈ, ਕਦੀ ਸਰਕਾਰ ਇੱਕ ਵਾਰੀ ਓਵਰਡਰਾਫਟ ਵਿੱਚ ਨਹੀਂ ਗਈ, ਕਦੀ ਵੀ ਸਰਕਾਰੀ ਮੁਲਾਜ਼ਮਾਂ ਦੀ ਤਨਖਾਹ ਡਿਲੇ ਨਹੀਂ ਹੋਈ। ਸੋ ਜੀ ਮਾੜੀ ਜੀ ਅਕਲ ਨਾਲ ਅਤੇ ਸਮਝਦਾਰੀ ਨਾਲ ਅਤੇ ਜ਼ਿੰਮੇਦਾਰੀ ਨਾਲ ਪੰਜਾਬ ਸਰਕਾਰ ਨੇ ਆਪਦੇ ਖਜ਼ਾਨੇ ਦੀ ਰਾਖੀ ਤਾਂ ਕਰਨੀ ਹੈ ਜੀ। ਅਤੇ ਮੈਂ ਹੈਰਾਨ ਹੈ ਕਿ ਲੋਕ ਕਹਿੰਦੇ ਆ ਕਿ ਖਜ਼ਾਨਾ ਖੋਲ੍ਹਿਆ ਨਹੀਂ, ਮਤਲਬ ਲੋਕ ਇਹ ਜਿਹੜੇ ਆਪਣੀ ਜਿਹੜੇ ਲੋਕ ਆਪਣੇ 'ਤੇ ਇਲਜ਼ਾਮ ਲਾਉਂਦੇ ਆ, ਉਹ ਕੀ ਚਾਹੁੰਦੇ ਆ ਕਿ ਮਨਪ੍ਰੀਤ ਜੀ ਲਾਪਰਵਾਹ ਹੋ ਕੇ, ਗੈਰ ਜ਼ਿੰਮੇਵਾਰ ਹੋ ਕੇ ਪੰਜਾਬ ਸਰਕਾਰ ਦਾ ਪੈਸਾ ਡੋਲਦੇ ਫਿਰਨ? ਮਤਲਬ ਇਸ ਗੱਲ 'ਚ ਤਾਂ ਮੈਂ ਕੋਈ ਅਕਲ ਨਹੀਂ ਸਮਝਦਾ ਜੀ। ਠੀਕ ਹੈ। ਔਰ ਕਿਸ ਤਰ੍ਹਾਂ ਦਾ ਫੀਡਬੈਕ ਤੁਸੀਂ ਇਲੈਕਸ਼ਨਸ ਤੋਂ ਪਹਿਲਾਂ ਜਿੱਦਾਂ ਕਿ ਤੁਹਾਡੇ ਮਾਮਾ ਜੀ ਜੋ ਜੌਹਲ ਹੁਣੀ ਦੇਖਦੇ ਨੇ ਇੱਥੇ, ਉਹ ਕਹਿੰਦੇ ਕਿ ਕੰਮਕਾਜ ਜਿੰਨੇ ਵੀ ਹੁੰਦੇ ਆ ਲੋਕ ਆਉਂਦੇ ਆ ਔਰ ਉਹ ਕੰਮ ਕਰਵਾ ਕੇ, ਤੁਸੀਂ ਵੀ ਲੋਕਾਂ ਦੇ ਵਿੱਚ ਐਕਟਿਵਲੀ ਵਿਚਰੇ ਇਲੈਕਸ਼ਨ ਤੋਂ ਪਹਿਲਾਂ ਕਿ ਭਾਈ ਕੰਮ ਦੇਖੀਏ ਇਲੈਕਸ਼ਨ ਤੋਂ ਪਹਿਲਾਂ ਕਿਹੜੇ ਹੈਗੇ ਆ ਤਾਂ ਕਿ ਕੰਮ ਹੋ ਸਕਣ ਲੋਕਾਂ ਦੇ? ਮੈਂ 2021 ਤੋਂ ਬਾਅਦ ਥੋੜ੍ਹਾ ਜ਼ਿਆਦਾ ਐਕਟਿਵ ਹੋਇਆ ਜੀ। 2021 'ਚ ਮੇਰੀ ਪੜ੍ਹਾਈ ਖਤਮ ਹੋਈ ਹੈ ਅਤੇ ਉਸ ਤੋਂ ਬਾਅਦ ਬਸ ਮੇਰੀ ਗ੍ਰੈਜੂਏਸ਼ਨ ਤੋਂ ਤੁਸੀਂ ਲਾ ਲਓ ਮਹੀਨੇ ਬਾਅਦ ਆਪਣੀ MC ਦੀ ਇਲੈਕਸ਼ਨ ਸ਼ੁਰੂ ਹੋ ਗਈ ਸੀ ਜੀ। ਮੈਂ ਉਸ ਟਾਈਮ ਤੋਂ ਬਾਅਦ ਐਕਟਿਵ ਹੋਇਆ। ਉਸ ਤੋਂ ਪਹਿਲਾਂ ਤਾਂ ਮੈਂ ਬਾਹਰ ਸੀ ਜੀ, ਆਪਦੀ ਡਿਗਰੀ ਕਰ ਰਿਹਾ ਸੀ। ਜਦੋਂ ਛੁੱਟੀ ਆਉਂਦੀ ਉਦੋਂ ਮੈਂ ਜ਼ਰੂਰ ਆ ਕੇ ਇੱਥੇ ਮਾੜਾ ਮੋਟਾ ਕੰਮ ਕਰਦਾ, ਪਰ ਇੱਕ ਡੇਲੀ ਬੇਸਿਸ 'ਤੇ ਮੈਂ ਇੱਥੇ ਨਹੀਂ ਸੀ। ਹਲਕੇ ਦੇ ਵਿੱਚ ਵਿਚਰੇ ਜਾਂ ਪੰਜਾਬ 'ਚ ਵੀ ਜਾ ਕੇ ਦੇਖਿਆ ਵੀ ਕੀ ਕੁਛ ਹੋਣਾ? ਮੈਂ ਤਾਂ ਜ਼ਿਆਦਾ ਆਪਦੇ ਹਲਕੇ ਬਠਿੰਡਾ ਸ਼ਹਿਰ ਤੱਕ ਹੀ ਸੀਮਤ ਸੀਗਾ ਜੀ। ਨਾ ਮੈਂ ਕੋਈ MLA ਹੈ, ਨਾ ਮੇਰੀ ਕੋਈ ਐਕਟਿਵ ਪੋਲੀਟੀਕਲ ਡਿਊਟੀ ਹੈ, ਅਤੇ ਮੇਰਾ ਫਿਰ ਉਹ ਪੰਜਾਬ 'ਚ ਹੈ ਫਿਰ ਨਾ ਜੀ ਮੈਂ ਕੋਈ ਠੀਕ ਵੀ ਨਹੀਂ ਹੈ ਨਾ ਸਮਝਦਾ। ਮੇਰਾ ਕੋਈ ਓਫੀਸ਼ੀਅਲ ਕਪੈਸਿਟੀ 'ਚ ਕੋਈ ਰੋਲ ਨਹੀਂ ਜੀ। ਮੈਂ ਕਿਸ ਬੇਸਿਸ 'ਤੇ ਪੰਜਾਬ 'ਚ ਫਿਰਦਾ? ਨਹੀਂ, ਕਈ ਵਾਰ ਐ ਹੁੰਦਾ ਨਾ ਕਿ ਤੁਸੀਂ ਜਿੱਦਾਂ ਵਿਦੇਸ਼ ਦੇ ਵਿੱਚ ਪੜ੍ਹਾਈ ਕਰਦੇ ਹੋ, ਉੱਥੋਂ ਦਾ ਕੋਈ ਮਾਡਲ ਬੰਦਾ ਦੇਖਦਾ ਵੀ ਉੱਥੇ ਆਹ ਚੀਜ਼ਾਂ ਹੈਗੀਆਂ, ਉਹਨਾਂ ਨੂੰ ਕਾਪੀ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ। ਜੇ ਰੱਬ ਦੀ ਮਿਹਰ ਨਾਲ ਮੈਂ ਕਿਸੇ ਦੇ ਨਾਪ ਮੰਤਰੀ ਬਣਿਆ ਫਿਰ ਮੈਂ ਜ਼ਰੂਰ ਇਹ ਕੋਸ਼ਿਸ਼ ਕਰਾਂਗਾ ਜੀ। ਪਰ ਇਸ ਵੇਲੇ ਨਾ ਮੇਰਾ ਕੋਈ ਉਹੋ ਜਿਹਾ ਅਹੁਦਾ ਹੈ, ਨਾ ਮੇਰੀ ਕੋਈ ਉਹੋ ਜਿਹੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਸੀ ਮਨਪ੍ਰੀਤ ਬਾਦਲ ਨੂੰ। ਸੁਜੈਸ਼ਨ ਜ਼ਰੂਰ ਦਿੱਤੀ ਜਾ ਸਕਦੀ ਹੈ ਜੀ। ਸੁਜੈਸ਼ਨ ਮੈਂ ਕਈ ਕਰਦਾ ਜੀ, ਇਕੱਲੇ ਮਨਪ੍ਰੀਤ ਬਾਦਲ ਜੀ ਨੂੰ ਨਹੀਂ, ਮੈਂ CM ਚੰਨੀ ਸਾਹਿਬ ਨੂੰ ਵੀ ਕਾਫੀਆਂ ਸੁਜੈਸ਼ਨਸ ਕੀਤੀਆਂ ਜੀ। ਅੱਛਾ, ਚੰਨੀ ਉਹਨਾਂ ਨੂੰ ਵੀ ਭੇਜੀਆਂ, ਸੁਝਾਅ ਭੇਜੇ ਨੇ ਤੁਸੀਂ? ਘਰੇ ਕਾਫੀ ਹੁੰਦੇ ਆ ਜੀ, ਉਹਨਾਂ ਨਾਲ ਬੈਠ ਕੇ ਕਈ ਵਾਰ ਡਿਨਰ 'ਤੇ ਡਿਸਕਸ਼ਨਸ ਹੁੰਦੀਆਂ। ਪਰ ਦੱਸ ਰਹੇ ਸੀ ਤੁਹਾਡੇ ਮਾਮਾ ਜੀ ਨੇ ਜੋ ਜੌਹਲ ਹੋਣੀ, ਉਹ ਕਹਿੰਦੇ ਕਿ 111 ਦਿਨਾਂ ਦੇ ਵਿੱਚ 300-350 ਵਾਰ ਚਰਨਜੀਤ ਚੰਨੀ ਹੁਣਾਂ ਨੇ ਮਨਪ੍ਰੀਤ ਬਾਦਲ ਹੁਣਾਂ ਨਾਲ ਮੁਲਾਕਾਤਾਂ ਕੀਤੀਆਂ। ਕਹਿੰਦੇ ਪੂਰੇ 5 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਨਾਲ ਜਿੰਨੀਆਂ ਨਹੀਂ ਹੋਈਆਂ ਸੀ, ਉਹ ਤੋਂ ਡਬਲ ਟ੍ਰਿਪਲ ਹੋ ਗਈਆਂ। ਠੀਕ ਹੈ ਗੱਲ ਇਹ? ਬਿਲਕੁਲ ਠੀਕ ਹੈ ਜੀ ਗੱਲ। ਚਰਨਜੀਤ ਚੰਨੀ ਸਾਹਿਬ ਮਿਹਨਤੀ ਬਹੁਤ ਜ਼ਿਆਦਾ ਹੈ ਜੀ। ਇਹਨਾਂ 'ਚ FM ਸਾਹਿਬ ਵੀ, ਚੰਨੀ ਸਾਹਿਬ ਵੀ, ਇਹਨਾਂ 'ਚ ਮਿਹਨਤ ਕਰਨ ਦੀ ਜੋ ਫੁਰਸਤ ਹੈ ਉਹ ਬਹੁਤ ਚੰਦ ਲੋਕਾਂ 'ਚੋਂ ਫੁਰਸਤ ਹੈ ਜੀ। ਮੇਰੇ 'ਚ ਵੀ ਉਨੀ ਮਿਹਨਤ ਕਰਨ ਦੀ ਫੁਰਸਤ ਹੈ ਨਹੀਂ ਜੀ। ਚਰਨਜੀਤ ਚੰਨੀ ਸਭ ਸੌਂਦੇ ਕਦੋਂ ਹੈ ਮੈਨੂੰ ਤਾਂ ਇਹ ਗੱਲ ਨਹੀਂ ਪਤਾ ਜੀ। ਮੈਂ ਹੈਰਾਨ ਹੈ ਜੀ, ਰਾਤ ਦੇ 2-2, 3-3 ਵਜੇ ਤੱਕ ਤੁਹਾਨੂੰ ਲੱਗੂਗਾ ਕਿ ਮੈਂ ਐਗਜ਼ੈਜਰੇਟ ਕਰ ਰਿਹਾ, ਪਰ 2-2, 3-3 ਵਜੇ ਤੱਕ ਰਾਤ ਨੂੰ ਮੀਟਿੰਗਾਂ ਚੱਲਦੀਆਂ ਰਹੀਆਂ ਆਪਣੇ ਘਰ 'ਚ। ਚੰਨੀ ਸਾਹਿਬ ਆਪਣੇ ਗਵਾਂਢੀ ਨੇ ਜੀ, ਆਪਣੀ ਕੰਧ ਸਾਂਝੀ ਉਹਨਾਂ ਨਾਲ, ਉੱਥੇ ਮੀਟਿੰਗਾਂ ਚੱਲਦੀਆਂ ਰਹੀਆਂ 2-2, 3-3 ਵਜੇ ਤੱਕ, ਅਤੇ ਸਵੇਰੇ 8 ਵਜੇ ਚੱਲ ਪੈਂਦੇ ਸੀ ਜੀ ਪ੍ਰੋਗਰਾਮਾਂ 'ਤੇ। ਸੋ ਮਿਹਨਤ ਕਰਨ ਦੀ ਬਹੁਤ ਫੁਰਸਤ ਹੈ ਜੀ। ਅਤੇ 111 ਦਿਨਾਂ 'ਚ ਜੋ ਕੰਮ ਹੋਏ ਆ ਸ਼ਾਇਦ ਪੰਜਾਬ ਸਰਕਾਰ ਨੇ ਪਿਛਲੇ 4.5 ਸਾਲਾਂ 'ਚ ਕੀਤੇ ਨਹੀਂ ਸੀ। ਤੁਹਾਡੀ ਕੰਧ ਸਾਂਝੀ ਦਾ ਜ਼ਿਕਰ ਕੀਤਾ ਤੁਸੀਂ, ਕੀ ਲੱਗਦਾ ਤੁਹਾਨੂੰ ਲੋਕਾਂ ਦੇ ਵਿੱਚ ਵਿਚਰਦੇ ਹੋ, ਅਗਲੀ ਵਾਰ ਵੀ ਇਸੇ ਤਰ੍ਹਾਂ ਕੰਧ ਸਾਂਝੀ ਹੋ ਸਕਦੀ ਹੈ? ਜੀ ਜੇ ਤਾਂ ਜੀ ਲੋਕ ਫੈਸਲਾ ਕਰਨ ਕਿ ਕਾਂਗਰਸ ਪਾਰਟੀ ਹੀ ਸਰਕਾਰ ਦੀ ਵਾਗਡੋਰ ਇੱਕ ਵਾਰ ਫਿਰ ਸਾਂਭੇ 5 ਸਾਲਾਂ ਵਾਸਤੇ, ਫਿਰ ਚੰਨੀ ਸਾਹਿਬ ਇਸ ਵਾਰ ਸ਼ਿਫਟ ਹੋਣਗੇ ਜੀ CM ਹਾਊਸ 'ਚ। ਸੋ ਕੰਧ ਸਾਂਝੀ ਨਹੀਂ ਰਹੇਗੀ ਜੀ। ਉਹ ਤਾਂ ਜੀ ਕਿਉਂਕਿ 2 ਮਹੀਨੇ ਰਹਿ ਗਏ ਸੀ ਜੀ, ਸੋ ਮਤਲਬ ਜਿਹੜਾ ਪੁਰਾਣਾ ਉਹਨਾਂ ਦਾ ਘਰ ਚੱਲ ਰਿਹਾ ਸੀ ਉਹ ਉੱਥੇ ਹੀ ਰਹੇ। ਪਰ ਇਹ ਤਾਂ ਜੀ ਫੈਸਲਾ ਵੇਖੋ ਪੰਜਾਬ ਦੇ ਲੋਕਾਂ ਨੇ ਕਰਨਾ, ਅਤੇ ਬਾਕੀ ਰੱਬ ਦਾ ਵੀ ਬਹੁਤ ਵੱਡਾ ਆਸਰਾ ਹੁੰਦਾ ਜੀ। ਤੁਸੀਂ ਅਮਰੀਕਾ ਜਾਣ ਦਾ ਪਲਾਨ ਵਾਪਸੀ ਕਰਨੀ ਜਾਂ ਹੁਣ ਪੰਜਾਬ ਦੇ ਵਿੱਚ ਐਕਟਿਵ ਰਹਿ ਕੇ ਕੰਮ ਕਰਨਾ?
ਮੈਂ ਅਸਲ 'ਚ ਜੀ ਹੁਣ ਯੂਕੇ 'ਚ ਪੜ੍ਹ ਰਿਹਾ ਸੀਗਾ ਜੀ। ਅਮਰੀਕਾ ਮੈਂ ਰਿਹਾ ਜੀ ਸਾਲ 2010 ਤੋਂ ਲੈ ਕੇ 17 ਤੱਕ। 17 ਤੋਂ 2021 ਮੈਂ ਰਿਹਾ ਜੀ ਇੰਗਲੈਂਡ 'ਚ ਜੀ, ਕੈਂਬਰਿਜ ਯੂਨੀਵਰਸਿਟੀ 'ਚ। ਪਰ ਨਹੀਂ ਜੀ, ਹੁਣ ਮੇਰੀ ਪੜ੍ਹਾਈ ਖਤਮ ਹੈ ਅਤੇ ਮੈਂ ਉੱਥੇ ਨਹੀਂ ਜਾ ਰਿਹਾ ਜੀ ਹੁਣ। ਜੀ ਮੇਰੀ ਪੜ੍ਹਾਈ ਖਤਮ ਹੈ, ਮੈਂ ਹੋਰ ਡਿਗਰੀਜ਼ ਨਹੀਂ ਕਰਨਾ ਚਾਹੁੰਦਾ ਜੀ। ਤੁਸੀਂ ਪੜ੍ਹਦੇ ਹੋ ਕੁਛ? ਮਨਪ੍ਰੀਤ ਬਾਦਲ ਹੁਣੀ ਜਦੋਂ ਬੋਲਦੇ ਆ ਤਾਂ ਕੁਝ ਸ਼ਬਦ ਉਹਨਾਂ ਤੇ ਉਰਦੂ ਦੇ ਹੁੰਦੇ ਆ, ਉਸੇ ਤਰ੍ਹਾਂ ਤੁਹਾਡੀ ਜ਼ੁਬਾਨ 'ਚ ਵੀ ਉਹੀ ਚੀਜ਼ਾਂ ਝਲਕਦੀਆਂ ਆ ਔਰ ਬੋਲਣ ਦਾ ਤਰੀਕਾ ਵੀ ਉਹੀ ਹੈ। ਹਾਂਜੀ, ਮੈਨੂੰ ਵੀ ਹਿਸਟਰੀ ਦਾ ਕਾਫੀ ਸ਼ੌਂਕ ਹੈ ਜੀ। ਮੈਂ ਹਿਸਟਰੀ ਦੀ ਡਿਗਰੀ ਕੀਤੀ ਸੀ ਕੈਂਬਰਿਜ ਯੂਨੀਵਰਸਿਟੀ ਤੋਂ। ਅਤੇ ਆਪਣੇ ਇੰਟਰਵਿਊ ਸ਼ੁਰੂ ਹੋਣ ਤੋਂ ਪਹਿਲਾਂ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ, ਮੈਂ ਕੋਸ਼ਿਸ਼ ਕਰਦਾ ਕਿ ਮੈਂ ਉਹ ਪੰਜਾਬੀ ਬੋਲਾਂ ਜਿਹੜੀ ਪੰਜਾਬ 'ਚ 1947 ਤੋਂ ਪਹਿਲਾਂ ਬੋਲੀ ਜਾਂਦੀ ਸੀ, ਜਿਹੜੀ ਮੇਰੇ ਦਾਦਾ ਜੀ ਹੋਰਿਆਂ ਦੀ ਜਿਹੜੀ ਪੀੜ੍ਹੀ ਸੀ, ਜਨਰੇਸ਼ਨ, ਉਹ ਬੋਲਦੀ ਸੀ। ਅਤੇ ਉਦੋਂ ਜੀ ਅਦਾਲਤੀ ਜ਼ਬਾਨ ਉਰਦੂ ਹੁੰਦੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਦੌਰ 'ਚ ਅਦਾਲਤੀ ਜ਼ਬਾਨ ਫਾਰਸੀ ਹੁੰਦੀ ਸੀ। ਅਤੇ ਪੰਜਾਬੀ 'ਚ ਹਮੇਸ਼ਾ ਜ਼ਿਆਦਾ ਫਾਰਸੀ ਅਤੇ ਜ਼ਿਆਦਾ ਉਰਦੂ ਦੇ ਲਫ਼ਜ਼ ਸ਼ਾਮਿਲ ਰਹੇ ਹੈ। ਇਹ ਜ਼ਬਾਨ, ਇਹ ਜੋ ਲੈਂਗੁਏਜਿਸ ਹੈ ਕਾਫੀ ਮਤਲਬ ਇੰਟਰਲਿੰਕਡ ਹੈ। ਇਹ 1947 ਤੋਂ ਬਾਅਦ ਇੱਕ ਰਿਵਾਜ਼ ਬਣਿਆ ਜੀ। ਆ ਬਿਲਕੁਲ ਸ਼ੁੱਧ ਜੀ ਹਿੰਦੀ ਉੱਤਰ ਪ੍ਰਦੇਸ਼ ਦੀ ਅਤੇ ਬਿਹਾਰ ਦੀ, ਇਹਨਾਂ ਦੇ ਲਫ਼ਜ਼ ਪੰਜਾਬੀ 'ਚ ਵਿੱਚ ਵਾੜਨ ਦੇ ਆ ਰਿਵਾਜ਼ ਬਾਅਦ 'ਚ ਚੱਲਿਆ। ਅਤੇ ਮੈਂ ਕੋਸ਼ਿਸ਼ ਕਰਦਾ ਜੀ ਕਿ ਮੈਂ ਉਹ ਪੁਰਾਣੀ ਪੰਜਾਬੀ ਬੋਲਣਾ ਜਿਹੜੇ ਮੇਰੇ ਦਾਦੇ ਅਤੇ ਪੜਦਾਦੇ ਬੋਲਦੇ ਸੀ। ਠੀਕ ਹੈ। ਮਨਪ੍ਰੀਤ ਬਾਦਲ ਹੁਣਾਂ ਨੂੰ ਪੁਰਾਣੀਆਂ ਜੀਪਾਂ ਦਾ ਸ਼ੌਂਕ ਹੈ ਤੇ ਅਰਜੁਨ ਬਾਦਲ ਨੂੰ ਵੀ ਹੈ ਉਸੇ ਤਰ੍ਹਾਂ ਸ਼ੌਂਕ ਜੀਪਾਂ ਦਾ ਜਾਂ ਗੱਡੀਆਂ ਦਾ ਜਾਂ ਕਿਸੇ ਚੀਜ਼ ਦਾ? ਉਹ ਪੁਰਾਣੀਆਂ ਜੀਪਾਂ ਕਾਫੀ ਖੂਬਸੂਰਤ ਹੈ ਜੀ, ਸੋਹਣੀਆਂ ਹੈ, ਮੈਨੂੰ ਚੰਗੀਆਂ ਲੱਗਦੀਆਂ, ਪਰ ਉਹੋ ਜਿਹਾ ਸ਼ੌਂਕ ਨਹੀਂ ਜੀ ਜੋ ਉਹਨਾਂ ਨੂੰ ਹੈ। ਮੈਂ ਇੱਕ ਹਿਸਟੋਰੀਕਲ ਮਤਲਬ ਰਿਲੇਸ਼ਨ ਤੋਂ ਮੈਂ ਉਹਨਾਂ ਨੂੰ ਪਸੰਦ ਕਰਦਾ। ਪਰ ਅਸਲ 'ਚ ਜੀ ਮੈਨੂੰ ਘੋੜਿਆਂ ਦਾ ਜ਼ਿਆਦਾ ਸ਼ੌਂਕ ਹੈ ਜੀ, ਗੱਡੀਆਂ ਦਾ ਉਹਨਾਂ ਹੈ ਨਹੀਂ, ਨਾ ਜੀਪਾਂ ਦਾ। ਮੈਂ ਪੋਲੋ ਦਾ ਖਿਡਾਰੀ ਹਾਂ ਜੀ, ਬੜਾ ਸ਼ੌਂਕ ਹੈ ਮੈਨੂੰ ਪੋਲੋ ਦਾ, ਅਤੇ ਮੈਨੂੰ ਘੋੜਿਆਂ ਦਾ ਜ਼ਿਆਦਾ ਸ਼ੌਂਕ ਹੈ ਜੀ। ਤੁਸੀਂ ਖੇਡਦੇ ਵੀ ਰਹੇ ਹੋ, ਪੋਲੋ ਖੇਡੇ ਹੋ ਕਾਫੀ ਥਾਵਾਂ 'ਤੇ? ਬਿਲਕੁਲ ਜੀ, ਬਿਲਕੁਲ। ਮੈਂ ਕੈਂਬਰਿਜ ਯੂਨੀਵਰਸਿਟੀ ਦੀ ਟੀਮ 'ਚ ਵੀ ਖੇਡੀਆਂ ਜੀ ਪੋਲੋ, ਅਤੇ ਮੈਂ ਦੁਨੀਆ ਦੇ ਕਈ ਮੁਲਕਾਂ 'ਚ ਮੈਨੂੰ ਪੋਲੋ ਟੂਰਨਾਮੈਂਟਸ ਖੇਡਣ ਦਾ ਮੌਕਾ ਮਿਲਿਆ। ਮੈਂ ਸਗੋਂ ਜੀ ਪਿਛਲੇ 2 ਸਾਲਾਂ 'ਚ, ਪਿਛਲੇ 1.5 ਸਾਲਾਂ 'ਚ ਲਾ ਲਓ, ਮੈਂ ਇਹ ਵੀ ਬੜੀ ਕੋਸ਼ਿਸ਼ ਕੀਤੀ ਕਿ ਪੰਜਾਬ ਵਿੱਚ ਪੋਲੋ ਵਧੇ ਜੀ, ਕਿਉਂਕਿ ਪੰਜਾਬ ਦੀ ਵਿਰਾਸਤ 'ਚ ਜੀ ਪੋਲੋ ਦਾ ਇੱਕ ਬਹੁਤ ਵੱਡਾ ਹਿੱਸਾ ਰਿਹਾ। ਅਤੇ ਬੜੀ ਬਦਨਸੀਬੀ ਹੈ ਜੀ, ਅਤੇ ਬੜੀ ਦੁੱਖ ਦੀ ਗੱਲ ਹੈ ਕਿ ਪਿਛਲੇ 30 ਕੁ ਸਾਲ ਲਾ ਲਓ, 30 ਕੁ ਸਾਲਾਂ 'ਚ ਇੱਕ ਤਰੀਕੇ ਨਾਲ ਪੋਲੋ ਮੁੱਕ ਹੀ ਗਈ ਹੈ ਪੰਜਾਬ 'ਚ। ਪੂਰੇ ਪੰਜਾਬ 'ਚ ਨਾ ਕੋਈ ਪੋਲੋ ਫੀਲਡ ਹੈ, ਨਾ ਕੁਛ ਹੈ। ਅਤੇ ਪੰਜਾਬ 'ਚ ਜੀ ਲੋਕ ਪੋਲੋ ਪਿਛਲੇ 3000 ਸਾਲਾਂ ਤੋਂ ਖੇਡ ਰਹੇ ਹੈ ਜੀ। ਮਤਲਬ ਜਦੋਂ ਸਿਕੰਦਰ ਆਜ਼ਮ ਦੀਆਂ ਵੀ ਫੌਜਾਂ ਜਦੋਂ ਪੰਜਾਬ 'ਚ ਆਈਆਂ ਸੀ ਜੀ, ਕੋਈ 2300 ਸਾਲ ਪਹਿਲਾਂ, ਉਦੋਂ ਵੀ ਪੰਜਾਬ 'ਚ ਪੋਲੋ ਲੋਕ ਖੇਡਦੇ ਸੀ। ਸੋ ਮੈਂ ਚਾਹੁੰਦਾ ਜੀ ਕਿ ਇੱਕ ਵਾਰ ਫਿਰ ਸ਼ੁਰੂ ਹੋਵੇ। ਅੱਛਾ, ਪਾਕਿਸਤਾਨ 'ਚ ਪੰਜਾਬ 'ਚ ਹਜੇ ਵੀ ਬਹੁਤ ਜ਼ਿਆਦਾ ਪੋਲੋ ਖੇਡੀ ਜਾਂਦੀ ਹੈ। ਸੋ ਆਪਾਂ ਇਸ ਕੰਮ 'ਚ ਪਿੱਛੇ ਹਾਂ ਜੀ। ਮੈਂ ਚਾਹੁੰਦਾ ਕਿ ਪੰਜਾਬ 'ਚ ਵੀ ਇੱਕ ਵਾਰ ਫਿਰ ਲੋਕ ਪੋਲੋ ਖੇਡਣ। ਅਤੇ ਜੀ ਜਿਹੜੇ ਪੰਜਾਬ 'ਚ ਕੋਈ ਪੋਲੋ ਫੀਲਡ ਨਹੀਂ, ਪਰ ਅੱਜ ਵੀ ਜਿਹੜੇ ਤੁਸੀਂ ਵੇਖੋਗੇ ਸਭ ਤੋਂ ਕਮਾਲ ਦੇ ਪੋਲੋ ਪਲੇਅਰ ਹਿੰਦੁਸਤਾਨ 'ਚ ਪੰਜਾਬੀ ਨੇ। ਆਪਣੇ ਲੋਕਾਂ 'ਚ ਬੜਾ ਟੈਲੈਂਟ ਹੈ ਜੀ, ਮਤਲਬ ਇੱਕ ਬੜਾ ਜਿਗਰਾ ਹੈ ਜਿਹੜਾ ਪੋਲੋ 'ਚ ਬਹੁਤ ਜ਼ਰੂਰੀ ਹੁੰਦਾ। ਤੁਹਾਡੇ ਤਾਇਆ ਜੀ ਨੂੰ ਵੀ ਬਹੁਤ ਸ਼ੌਂਕ ਹੈ ਘੋੜਿਆਂ ਦਾ, ਉਹਨਾਂ ਨੇ ਬਹੁਤ ਸਾਰੇ ਰੱਖੇ ਹੋਏ ਉੱਧਰ। ਉਹਨਾਂ ਨੇ ਹੋਰ ਕਿਸਮ ਦੇ ਘੋੜੇ ਰੱਖੇ ਹੈ ਜੀ, ਉਹਨਾਂ ਦੇ ਘੋੜੇ ਮਾਰਵਾੜੀ ਘੋੜੇ ਨੇ। ਹਾਂ, ਮੇਰੇ ਪੋਲੋ ਪੋਨੀਜ਼ ਹੈ ਜੀ, ਇਹ ਨਸਲ ਦਾ ਫਰਕ ਹੈ ਜੀ। ਹਾਂਜੀ, ਠੀਕ ਹੈ। ਅਤੇ ਰਾਈਡਿੰਗ ਦਾ ਵੀ ਸ਼ੌਂਕ ਹੈ? ਫਿਰ ਰਾਈਡਿੰਗ ਵੀ ਕਰਦੇ ਹੋ? ਮਤਲਬ ਜਿੱਦਾਂ ਇੱਥੇ ਓਪਨਲੀ ਬਾਦਲ ਪਿੰਡ ਜਾਂਦੇ ਹੋਗੇ ਜਾਂ ਨਹੀਂ ਨਿਕਲਦੇ ਕਿਤੇ? ਹੁਣ ਜੀ ਉਹ ਰਾਈਡਿੰਗ ਬਗੈਰ ਤਾਂ ਪੋਲੋ ਖੇਡੀ ਨਹੀਂ। ਬਾਦਲ ਜਾਂਦੇ ਹੋ? ਬਾਦਲ ਪਿੰਡ ਦੇ ਵਿੱਚ ਜਾਂ ਕੋਈ ਗਰਾਊਂਡ ਬਣਾਇਆ ਹੋਇਆ ਤੁਸੀਂ ਇੱਥੇ? ਮੈਂ ਜਿਹੜੀਆਂ ਆਪਣੀਆਂ ਜ਼ਮੀਨਾਂ ਜੀ, ਮੈਂ ਉੱਥੋਂ ਖੇਡਦਾ ਜੀ। ਪੋਲੋ ਪੋਨੀਜ਼ ਦੇ ਜਿਹੜੇ ਪੈਰ ਹੁੰਦੇ ਆ ਜੀ, ਇਹ ਥੋੜ੍ਹੇ ਸੈਂਸੀਟਿਵ ਹੁੰਦੇ ਨੇ। ਮੈਂ ਪੱਕੇ ਰਾਹ ਨਹੀਂ ਉਹਨਾਂ ਨੂੰ ਪਾਉਂਦਾ, ਅਤੇ ਕੱਚੀ ਥਾਂ 'ਚ ਮਤਲਬ ਜਿੰਨੀ ਮਰਜ਼ੀ ਮੈਂ ਰਾਈਡਿੰਗ ਕਰ ਸਕਦਾ ਜੀ। ਮਤਲਬ ਮੇਰਾ ਇੱਕ ਛੋਟਾ ਜਿਹਾ ਸਵਾਲ ਹੋਰ ਹੈ, ਹੋ ਸਕਦਾ ਤੁਹਾਨੂੰ ਮਾਈਂਡ ਕਰ ਜਾਓ ਤੁਸੀਂ। ਇੱਕ ਸਵਾਲ ਬਹੁਤ ਲੋਕ ਇਹ ਕਰਦੇ ਰਹੇ ਨੇ ਕਿ ਮਨਪ੍ਰੀਤ ਬਾਦਲ ਹੁਣੀ ਇਹ ਕਹਿੰਦੇ ਰਹੇ ਖਜ਼ਾਨਾ ਖਾਲੀ, ਖਜ਼ਾਨਾ ਖਾਲੀ, ਖਜ਼ਾਨਾ ਖਾਲੀ। ਹਾਲਾਂਕਿ ਤੁਸੀਂ ਜ਼ਿਕਰ ਕੀਤਾ, ਉਸ ਨੂੰ ਤਫਸੀਲ ਕੀਤਾ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਉਹ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ, ਔਰ ਅਖੀਰਲੇ ਸਮੇਂ ਉਹਨਾਂ ਨੇ ਗਰੰਟਾਂ ਦਿੱਤੇ। ਤੁਹਾਨੂੰ ਕਿਵੇਂ ਲੱਗਦਾ ਸੀ ਜੋ 3-4 ਸਾਲ ਲੋਕ ਵੀ ਕਹਿੰਦੇ ਰਹੇ ਕਿ ਖਜ਼ਾਨਾ ਖਾਲੀ ਹੈ, ਔਰ ਅਖੀਰਲੇ ਦਿਨਾਂ ਦੇ ਵਿੱਚ ਜੋ ਕੰਮਕਾਜ ਸਰਕਾਰ ਨੇ ਕੀਤਾ, ਉਹੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਵਾਲੀ ਗੱਲ ਮੈਂ ਦੁਹਰਾ ਰਿਹਾ, ਤਾਂ ਕਿਸ ਤਰ੍ਹਾਂ ਤੁਸੀਂ ਬਰੀਫ ਕਰਦੇ ਸੀ ਕਿ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ? ਸਮਝਣ ਦੀ ਕੋਸ਼ਿਸ਼ ਤੁਸੀਂ ਵੀ ਕਰਦੇ ਸੀਗੇ ਕਿ ਖਜ਼ਾਨਾ ਖਾਲੀ ਵਾਲੀ ਗੱਲ ਮਨਪ੍ਰੀਤ ਬਾਦਲ ਹੁਣੀ ਵਾਰ-ਵਾਰ ਕਿਉਂ ਕਹਿੰਦੇ ਆ? ਅਸਲ ਜੀ ਇਹਨਾਂ ਨੇ ਕਦੀ ਗੱਲ ਕਹੀ ਨਹੀਂ ਕਿ ਖਜ਼ਾਨਾ ਖਾਲੀ ਹੈ। ਇਹ ਜਦੋਂ ਅਕਾਲੀ ਸਰਕਾਰ ਦਾ ਜਦੋਂ ਦੌਰ ਸੀ ਜੀ, ਮਨਪ੍ਰੀਤ ਬਾਦਲ ਜੀ ਨੇ, ਪਹਿਲੀ ਗੱਲ ਤਾਂ ਜੀ ਲੋਕਾਂ ਦੀ ਯਾਦਾਸ਼ਤ ਬਹੁਤ ਘੱਟ ਹੈ ਜੀ। ਮਤਲਬ ਉਹ ਬਰੀਕੀ 'ਚ ਜੋ ਪਿਛਲੇ ਕੋਈ 10-15 ਸਾਲਾਂ 'ਚ ਵੀ ਚੀਜ਼ਾਂ ਗੁਜ਼ਰੀਆਂ, ਉਹ ਬਰੀਕੀ 'ਚ ਉਹਨਾਂ ਚੀਜ਼ਾਂ ਨੂੰ ਨਹੀਂ ਐਨਾਲਾਈਜ਼ ਕਰਦੇ। 1-2 ਕੋਈ ਫਜ਼ੂਲ ਦੀਆਂ ਹੈਡਲਾਈਨਸ ਪੜ੍ਹ ਕੇ ਮਤਲਬ ਉਹੀ ਇੱਕ ਨੈਰੇਟਿਵ ਜਿਹਾ ਬਣ ਜਾਂਦਾ ਹੈ। ਮਨਪ੍ਰੀਤ ਬਾਦਲ ਜੀ ਨੇ ਜਦੋਂ ਅਸਤੀਫਾ ਦਿੱਤਾ ਸੀ ਸਾਲ 2010 'ਚ, ਉਹ ਇੱਕ ਡੈਥ ਵੇਵਰ ਦੇ ਮੁੱਦੇ 'ਤੇ ਦਿੱਤਾ ਗਿਆ ਸੀ। ਮਨਪ੍ਰੀਤ ਬਾਦਲ ਜੀ ਨੇ ਉਸ ਵੇਲੇ ਦੇ ਜੋ ਫਾਈਨੈਂਸ ਮਿਨਿਸਟਰ ਸੀ ਪ੍ਰਣਾਬ ਮੁਖਰਜੀ ਨਾਲ
ਉਹਨਾਂ ਨਾਲ ਇੱਕ ਡੈਟ ਵੇਵਰ ਨੈਗੋਸ਼ੀਏਟ ਕੀਤਾ ਸੀ। ਉਸ ਵੇਲੇ ਪੰਜਾਬ ਦਾ ਕਰਜ਼ਾ ਸੀਗਾ 70,000 ਕਰੋੜ ਤੇ ਸੈਂਟਰ ਸਰਕਾਰ ਤਿਆਰ ਹੋ ਗਈ ਸੀ 35,000 ਕਰੋੜ ਵੇਵ ਕਰਨ ਨੂੰ ਕਿ ਅਸੀਂ ਮਾਫ ਕਰ ਦਾਂਗੇ। ਹੁਣ ਜੀ ਕੋਈ ਵੀ ਬੰਦਾ ਤੁਹਾਡਾ ਕਰਜ਼ਾ ਅੱਧਾ ਕਰ ਰਿਹਾ ਹੋਵੇ, ਉਹਨਾਂ ਦੀਆਂ ਕੋਈ ਤਾਂ ਸ਼ਰਤਾਂ ਹੋਣਗੀਆਂ ਨਾ ਜੀ। ਹੁਣ ਮੈਂ ਤੁਹਾਨੂੰ ਕਹਿ ਦਾਂ ਕਿ ਮੈਂ ਤੁਹਾਡਾ ਅੱਧਾ ਕਰਜ਼ਾ ਲਾ ਦੂੰਗਾ, ਕੋਈ ਤਾਂ ਮੈਂ ਵੀ ਆਪਦੀਆਂ ਸ਼ਰਤਾਂ ਰੱਖੂੰਗਾ। ਸੈਂਟਰ ਸਰਕਾਰ ਦੀਆਂ ਕੁਝ ਸ਼ਰਤਾਂ ਸੀਗੀਆਂ, ਚਲੋ ਥੋੜ੍ਹੀਆਂ ਜਿਹੀਆਂ ਔਖੀਆਂ ਜ਼ਰੂਰ ਸੀਗੀਆਂ, ਪਰ ਮਨਪ੍ਰੀਤ ਬਾਦਲ ਜੀ ਦੀ ਇਹ ਸੋਚ ਸੀ ਕਿ ਯਾਰ ਇੰਨੀ ਕੁ ਜੀ ਕੁਰਬਾਨੀ ਦੇ ਕੇ ਜੇ ਆਪਣਾ ਅੱਧਾ ਕਰਜ਼ਾ ਜੇ ਖਤਮ ਹੁੰਦਾ ਹੈ, ਇਹ ਬਹੁਤ ਚੰਗੀ ਚੀਜ਼ ਹੈ। ਸੁਖਬੀਰ ਜੀ ਨਹੀਂ ਮੰਨੇ, ਬਾਕੀ ਅਕਾਲੀ ਸਰਕਾਰ ਨਹੀਂ ਮੰਨੀ, ਇਸ ਮੁੱਦੇ ਤੇ ਜਾ ਕੇ ਅਸਤੀਫਾ ਦਿੱਤਾ ਸੀ FM ਸਾਹਿਬ ਨੇ। ਉਸ ਤੋਂ ਬਾਅਦ ਜਿਹੜੀ PPP ਪਾਰਟੀ ਬਣੀ, ਜਾਗੋ ਪੰਜਾਬ ਇੱਕ ਯਾਤਰਾ ਚੱਲੀ ਸੀ, ਉਸ ਤੋਂ ਬਾਅਦ ਮਨਪ੍ਰੀਤ ਜੀ ਇਹ ਗੱਲ ਕਹਿ ਰਹੇ ਸੀ ਕਿ ਅਕਾਲੀ ਦਲ ਖਜ਼ਾਨਾ ਖਾਲੀ ਕਰ ਰਹੀ ਹੈ। ਹੁਣ 2010 ਤੋਂ ਲੈ ਕੇ 2017 ਤੱਕ ਇਹਨਾਂ ਨੇ ਉਹ 70,000 ਦਾ ਕਰਜ਼ਾ ਬਣਾਤਾ 2.5 ਲੱਖ ਕਰੋੜ। ਕਿੱਥੇ 70,000 ਕਿੱਥੇ 2.5 ਲੱਖ, ਤੇ ਉਹ 70,000 ਵੀ ਅੱਧਾ ਹੋ ਜਾਂਦਾ ਜੀ 35,000, ਤੇ ਸ਼ਾਇਦ ਉਸ ਕਰਜ਼ੇ ਨੂੰ ਹੁਣ ਤੱਕ ਆਪਾਂ ਨਿਬੇੜ ਦਿੰਦੇ, ਖਤਮ ਹੀ ਕਰ ਦਿੰਦੇ। ਸੋ ਉਹ ਵਾਰ-ਵਾਰ ਆਪੋਜੀਸ਼ਨ 'ਚ ਇਹ ਗੱਲ ਕਹਿ ਰਹੇ ਸੀ ਕਿ ਇਹ ਖਜ਼ਾਨਾ ਖਾਲੀ ਕਰੀ ਜਾਂਦੇ ਹੈ ਜੀ। ਇਹਨਾਂ ਤੋਂ ਤਨਖਾਹਾਂ ਤਾਂ ਦਿੱਤੀਆਂ ਨਹੀਂ ਸੀ ਜਾਂਦੀਆਂ, ਓਵਰਡਰਾਫਟ ਵਿੱਚ ਚਲੀ ਜਾਂਦੇ ਸੀ, 35,000 ਕਰੋੜ ਦੇ ਬਿੱਲ ਖੜੇ ਕਰਤੇ, ਸਰਕਾਰੀ ਪ੍ਰਾਪਰਟੀਆਂ ਵੇਚਤੀਆਂ, ਗਹਿਣੇ ਲਾਤੀਆਂ। ਇਹ ਖਜ਼ਾਨਾ ਨਹੀਂ ਖਾਲੀ ਕਰ ਰਹੇ ਤਾਂ ਹੋਰ ਕੀ ਕਰ ਰਹੇ ਸੀਗੇ? ਮਤਲਬ ਉਸ ਚੀਜ਼ ਨੂੰ ਲੈ ਕੇ ਫਿਰ ਇਹਨਾਂ ਨੇ ਮਤਲਬ ਆਪਣੀਆਂ ਸਿਆਸੀ ਮੁੱਦਿਆਂ ਨਾਲ ਜੋੜਤੇ। ਇਹ ਅਸਲ 'ਚ ਨੈਰੇਟਿਵ ਬਣਾਇਆ ਅਕਾਲੀ ਦਲ ਨੇ, ਤੇ ਮਤਲਬ ਉਹੀ ਮਤਲਬ ਇੱਕ ਗੱਲ ਜੀ ਬਣਾਤੀ ਹੈ ਕਿ FM ਸਾਹਿਬ ਖੁੱਲ੍ਹਾ ਖਰਚਾ ਨਹੀਂ ਕਰਦੇ। ਮੇਰੇ ਹਿਸਾਬ ਨਾਲ FM ਸਾਹਿਬ ਨੇ ਬਹੁਤ ਜ਼ਿੰਮੇਵਾਰੀ ਨਾਲ, ਬਹੁਤ ਫਿਕਰ ਨਾਲ ਪੰਜਾਬ ਸਰਕਾਰ ਦੇ ਫਾਈਨੈਂਸਿਸ ਸਾਂਭੇ ਹੈ, ਤੇ ਸ਼ਾਇਦ ਆਪਦੇ ਪਰਸਨਲ ਜ਼ਿਆਤੀ ਫਾਈਨੈਂਸਿਸ ਉਹਨੇ ਫਿਕਰ ਨਾਲ ਨਹੀਂ ਉਹਨਾਂ ਨੇ ਸਾਂਭੇ ਜਿੰਨੇ ਪੰਜਾਬ ਸਰਕਾਰ ਦੇ ਫਾਈਨੈਂਸਿਸ। ਸੋ ਉਹ ਇੱਕ ਪੰਜਾਬ ਦੇ ਚੌਕੀਦਾਰ ਬਣ ਕੇ ਰਹੇ ਹੈ। ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਇੱਕ ਇਤਬਾਰ ਕੀਤਾ ਉਹਨਾਂ 'ਤੇ, ਉਹਨਾਂ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਲਾਈ, ਤੇ ਉਹਨਾਂ ਨੇ ਵਫਾਦਾਰੀ ਨਾਲ ਉਹ ਜ਼ਿੰਮੇਦਾਰੀ ਨਿਭਾਈ ਹੈ ਜੀ, ਸਿਆਣਪ ਨਾਲ ਨਿਭਾਈ ਹੈ। ਤੁਹਾਡੇ ਤਾਇਆ ਜੀ ਸੁਖਬੀਰ ਬਾਦਲ ਹੁਣੀ ਕਹਿ ਰਹੇ ਕਿ ਇਸ ਵਾਰ ਸਰਕਾਰ ਅਕਾਲੀ ਦਲ ਦੀ ਬਣ ਰਹੀ ਹੈ, ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ? ਜੀ ਹਰੇਕ ਪਾਰਟੀ ਨੂੰ ਲੱਗਦਾ ਹੈ ਕਿ ਉਹਨਾਂ ਦੀ ਕਾਮਯਾਬੀ ਹੋਊਗੀ ਇਲੈਕਸ਼ਨਾਂ 'ਚ। ਮੈਨੂੰ ਤਾਂ ਲੱਗਦਾ ਜੀ ਕਿ ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ, ਪਰ ਜਿਵੇਂ ਕਿ ਮੈਂ ਪਹਿਲਾਂ ਕਿਹਾ ਜੀ, ਇਹ ਲੋਕਾਂ ਨੇ ਫੈਸਲਾ ਕਰਨਾ ਹੈ। ਮੇਰੇ ਕੁਝ ਕਹਿਣ ਨਾਲ ਨਾ ਤਾਂ ਸਰਕਾਰ ਬਣੂਗੀ ਨਾ ਟੁੱਟੂਗੀ, ਉਹ ਪੰਜਾਬ ਦੇ ਲੋਕਾਂ ਨੇ 20 ਤਰੀਕ ਨੂੰ ਫੈਸਲਾ ਕਰਨਾ। ਬਾਕੀ ਰੱਬ ਦਾ ਸਾਥ ਹੋਵੇ ਜੀ, ਕਾਂਗਰਸ ਪਾਰਟੀ ਜ਼ਰੂਰ ਕਾਮਯਾਬੀ ਹਾਸਲ ਕਰੇਗੀ। ਮਨਪ੍ਰੀਤ ਬਾਦਲ ਹੁਣਾਂ ਦੇ ਨਾਲ ਹੀ ਲੱਗੇ ਸੀਗੇ PPP ਦੌਰਾਨ। ਭਗਵੰਤ ਮਾਨ ਹੁਣਾਂ ਨੇ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ ਸੀਗਾ। ਭਗਵੰਤ ਮਾਨ ਹੁਣੀ ਤੀਸਰੇ ਬਦਲ ਦੀ ਗੱਲ ਕਰਦੇ ਰਹੇ, ਨਵੇਂ ਬਦਲ ਦੀ, ਔਰ ਇਹੀ ਸੋਚ ਲੈ ਕੇ ਮਨਪ੍ਰੀਤ ਬਾਦਲ ਹੁਣੀ ਤੁਹਾਡੇ ਫਾਦਰ ਸਾਹਿਬ ਨਿਕਲੇ ਸੀਗੇ। ਔਰ ਕਿਸ ਤਰ੍ਹਾਂ ਦੇਖਦੇ ਹੋ? ਭਗਵੰਤ ਮਾਨ ਕਹਿੰਦੇ ਕਿ ਇਸ ਵਾਰ ਤੀਸਰਾ ਬਦਲ ਆਮ ਆਦਮੀ ਪਾਰਟੀ ਦੇ ਰੂਪ ਦੇ ਵਿੱਚ ਲੋਕ ਚੁਣਨਗੇ, ਔਰ ਕਦੇ ਕਰੀਬੀ ਰਹੇ ਨੇ ਮਨਪ੍ਰੀਤ ਬਾਦਲ ਹੁਣਾਂ ਦੇ ਭਗਵੰਤ ਮਾਨ। ਹੁਣ ਮੈਨੂੰ ਨਹੀਂ ਪਤਾ ਕੀ ਹੈ, ਨਜ਼ਦੀਕੀਆਂ ਹੁਣ ਵੀ ਹੈਗੀਆਂ ਨੇ। ਕਿਸ ਤਰ੍ਹਾਂ ਦੇਖਦੇ ਹੋ ਭਗਵੰਤ ਮਾਨ ਨੂੰ CM ਫੇਸ ਐਲਾਨ ਕੀਤਾ ਤਾਂ? ਨਹੀਂ ਜੀ, ਪਹਿਲੀ ਗੱਲ ਤਾਂ ਜੀ ਪੀਪਲਸ ਪਾਰਟੀ ਆਫ ਪੰਜਾਬ ਤੇ ਆਮ ਆਦਮੀ ਪਾਰਟੀ ਦੀ ਸੋਚ ਬਹੁਤ ਵੱਖਰੀ ਸੀ। ਜਿਹੜਾ ਪੀਪਲਸ ਪਾਰਟੀ ਆਫ ਪੰਜਾਬ ਦਾ ਏਜੰਡਾ ਸੀ ਤੇ ਹੁਣ ਜੋ ਆਮ ਆਦਮੀ ਪਾਰਟੀ ਦੀ ਸੋਚ ਹੈ, ਉਹਦੇ ਜ਼ਮੀਨ ਆਸਮਾਨ ਦਾ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਦੂਜੀ ਗੱਲ ਜੀ, ਜਦੋਂ ਮਨਪ੍ਰੀਤ ਬਾਦਲ ਜੀ ਨੇ ਪੀਪਲਸ ਪਾਰਟੀ ਆਫ ਪੰਜਾਬ ਕਾਂਗਰਸ ਪਾਰਟੀ ਵਿੱਚ ਮਰਜ ਕੀਤੀ ਹੈ, ਉਹਨਾਂ ਦੀ ਸਿਰਫ ਇੱਕੋ ਸ਼ਰਤ ਸੀ, ਉਹਨਾਂ ਨੇ ਨਾ ਕੋਈ ਟਿਕਟ ਮੰਗੀ, ਨਾ ਕੋਈ ਅਹੁਦਾ ਮੰਗਿਆ ਰਾਹੁਲ ਗਾਂਧੀ ਜੀ ਤੋਂ। ਜਦੋਂ ਰਾਹੁਲ ਗਾਂਧੀ ਜੀ ਨਾਲ ਉਹਨਾਂ ਦੀਆਂ ਮੀਟਿੰਗਾਂ ਹੋਈਆਂ, ਉਹਨਾਂ ਨੇ ਸਿਰਫ ਇੱਕ ਗੱਲ ਆਖੀ ਸੀ ਕਿ ਵੇਖੋ ਜੀ, ਮੈਂ ਕੁਝ ਮੁੱਦੇ ਲੈ ਕੇ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ ਪੰਜਾਬ 'ਚ, ਇੱਕ ਪਾਰਟੀ ਸ਼ੁਰੂ ਕੀਤੀ ਸੀ, ਤੇ ਮੇਰਾ ਜਿਹੜਾ ਏਜੰਡਾ ਹੈ ਜੀ ਪੀਪਲਸ ਪਾਰਟੀ ਆਫ ਪੰਜਾਬ ਦਾ, ਉਹ ਮੈਂ ਕਾਂਗਰਸ ਪਾਰਟੀ ਦੀ ਮੈਨੀਫੈਸਟੋ ਵਿੱਚ ਸ਼ਾਮਿਲ ਕਰਾਂਗਾ। ਤੇ ਜੀ ਇਹ ਜੇ ਤੁਹਾਨੂੰ ਮਨਜ਼ੂਰ ਹੈ, ਮੈਂ ਆਪਦੀ ਪਾਰਟੀ ਜ਼ਰੂਰ ਕਰਾਂਗਾ, ਪਰ ਮੇਰਾ ਜੇ ਏਜੰਡਾ ਨਹੀਂ ਮਨਜ਼ੂਰ ਹੁੰਦਾ, ਮੈਂ ਕਾਂਗਰਸ ਪਾਰਟੀ 'ਚ ਨਹੀਂ ਰਲ ਸਕਦਾ। ਰਾਹੁਲ ਗਾਂਧੀ ਜੀ ਕਹਿੰਦੇ ਕਿ ਮਨਪ੍ਰੀਤ ਜੀ, ਤੁਸੀਂ ਸਾਰਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਆਪ ਤੈਅ ਕਰ ਲਿਓ। ਇੱਕ ਮੈਨੀਫੈਸਟੋ ਕਮੇਟੀ ਬਣਾਈ ਗਈ, ਉਸ ਕਮੇਟੀ ਦੇ ਚੇਅਰਮੈਨ ਮਨਪ੍ਰੀਤ ਬਾਦਲ ਜੀ ਬਣਾਏ ਗਏ, ਤੇ ਜੀ ਟੋਟਲ 100% ਜੋ PPP ਦਾ ਮੈਨੀਫੈਸਟੋ ਸੀ ਜੀ, ਉਹ ਕਾਂਗਰਸ ਪਾਰਟੀ ਵਿੱਚ ਮਰਜ ਕੀਤਾ ਗਿਆ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਦਾਹਰਨ ਦਿੰਦਾ। ਮਨਪ੍ਰੀਤ ਬਾਦਲ ਜੀ ਪਹਿਲੇ ਸਿਆਸਤਦਾਨ ਹੈ ਸ਼ਾਇਦ ਹਿੰਦੁਸਤਾਨ 'ਚ ਜਿਨ੍ਹਾਂ ਨੇ ਇੱਕ ਗੱਲ ਚਲਾਈ ਕਿ ਮੈਂ ਆ VIP ਕਲਚਰ ਤੇ ਲਾਲ ਬੱਤੀ ਕਲਚਰ ਖਤਮ ਕਰਨਾ ਚਾਹੁੰਦਾ ਹਿੰਦੁਸਤਾਨ 'ਚ। ਤੇ ਪੰਜਾਬ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ 'ਚ 2017 ਤੋਂ ਬਾਅਦ ਇਹ ਗੱਲ ਰੇਜ਼ ਕੀਤੀ ਗਈ ਕਿ ਇਹ PPP ਮੈਨੀਫੈਸਟੋ ਦਾ ਇੱਕ ਹਿੱਸਾ ਸੀ, ਆਪਣੀ 2017 ਵਾਲੀ ਕਾਂਗਰਸ ਮੈਨੀਫੈਸਟੋ ਕਮੇਟੀ ਦਾ ਇੱਕ ਹਿੱਸਾ ਸੀ। ਲਾਲ ਬੱਤੀ ਬੈਨ ਕੀਤੀ ਜਾਵੇ। ਕੈਪਟਨ ਅਮਰਿੰਦਰ ਸਿੰਘ ਜੀ ਮੰਨ ਗਏ, ਪੰਜਾਬ ਵਿੱਚ ਲਾਲ ਬੱਤੀ ਆਊਟਲਾਅ ਹੋ ਗਈ। ਉਸ ਤੋਂ ਬਾਅਦ ਜੀ ਸਾਨੂੰ ਵੇਖ ਕੇ, ਸਾਡੀ ਰੀਸ ਲਾ ਕੇ ਕਾਂਗਰਸ ਆਪਣੇ ਆਮ ਆਦਮੀ ਪਾਰਟੀ ਨੇ ਦਿੱਲੀ ਨੇ, ਉਹਨਾਂ ਨੇ ਵੀ ਬੈਨ ਲਾਤੀ, ਤੇ ਮੋਦੀ ਜੀ ਦੇ BJP ਵਾਲੀ ਸੈਂਟਰ ਸਰਕਾਰ ਨੇ ਪੂਰੀ ਇੰਡੀਆ 'ਚ ਲਾਲ ਬੱਤੀ ਖਤਮ ਕਰਤੀ। ਸੋ ਜੇ ਵੇਖਿਆ ਜਾਵੇ, ਮਨਪ੍ਰੀਤ ਬਾਦਲ ਜੀ ਨੇ ਸਿੰਗਲ ਹੈਂਡਡਲੀ ਆਪਦਾ ਇੱਕ PPP ਦਾ ਏਜੰਡਾ ਪੂਰੇ ਹਿੰਦੁਸਤਾਨ ਵਿੱਚ ਲਾਗੂ ਕਰਤਾ।
ਸੋ ਮਨਪ੍ਰੀਤ ਬਾਦਲ ਜੀ ਨੇ ਆਪਦੇ ਮੁੱਦੇ ਨਹੀਂ ਛੱਡੇ ਜੀ। ਸੋ ਤੇ ਭਗਵੰਤ ਮਾਨ ਜੀ ਹੁਣ ਆਮ ਆਦਮੀ ਪਾਰਟੀ ਨਾਲ ਹੈ, ਉਹਦੇ 'ਚ ਤੇ PPP 'ਚ ਬਹੁਤ ਫਰਕ ਹੈ। ਉਹਨਾਂ ਦੀ ਆਪਦੀ ਸੋਚ ਹੈ, ਉਹਨਾਂ ਦੀ ਆਪਦੀ ਸਿਆਸਤ ਹੈ, ਤੇ ਮਨਪ੍ਰੀਤ ਬਾਦਲ ਜੀ ਦੀ ਹੁਣ ਵੱਖਰੀ ਹੈ ਜੀ। ਠੀਕ ਹੈ, ਮੇਰਾ ਅਖੀਰਲਾ ਸਵਾਲ ਹੈ, ਕਿਸ ਤਰ੍ਹਾਂ ਦੇਖਦੇ ਹੋ ਲੋਕਾਂ ਦੇ ਵਿੱਚ ਹੁੰਗਾਰਾ ਕਿਸ ਤਰ੍ਹਾਂ ਦਾ ਮਿਲ ਰਿਹਾ? ਲੋਕ ਕੀ ਕਹਿ ਰਹੇ ਆ ਲੋਕਾਂ ਦੇ ਵਿੱਚ? ਤੁਸੀਂ ਵੀ ਜਾਂਦੇ ਹੋ, ਤੁਹਾਡਾ ਪਰਿਵਾਰ ਜਾ ਰਿਹਾ, ਮਨਪ੍ਰੀਤ ਬਾਦਲ ਹੁਣੀ ਵੀ ਜਾ ਰਹੇ ਨੇ। ਜੀ ਮੈਂ ਤਾਂ ਜਿਵੇਂ ਤੁਹਾਨੂੰ ਪਹਿਲਾਂ ਆਖਿਆ ਸੀ, ਬਠਿੰਡੇ ਸ਼ਹਿਰ ਤੱਕ ਸੀਮਤ ਹੈ। ਸੋ ਮੈਂ ਸਿਰਫ ਬਠਿੰਡੇ ਸ਼ਹਿਰ ਦੇ ਲੋਕਾਂ ਨੂੰ ਮਿਲ ਰਿਹਾ। ਤੁਹਾਡੀ ਸੀਟ ਦੀ ਗੱਲ ਕਰ ਰਹੇ ਹਾਂ। ਹਾਂਜੀ, ਬਠਿੰਡੇ ਸ਼ਹਿਰ 'ਚ ਬਹੁਤ ਜ਼ਿਆਦਾ ਉਤਸ਼ਾਹ ਹੈ ਜੀ ਵੋਟਰਾਂ 'ਚ, ਕਿਉਂਕਿ ਵਾਕਈ ਜੀ ਜਿੰਨੇ ਕੰਮ 5 ਸਾਲਾਂ 'ਚ ਹੋਏ ਆ ਕਦੀ ਹੋਏ ਨਹੀਂ ਸੀ। ਅਤੇ ਜੀ ਮੁਹੱਲਿਆਂ ਦੀ ਸੂਰਤ ਹੀ ਬਦਲ ਗਈ ਹੈ ਹੁਣ ਜੀ। ਜਿਵੇਂ ਮੈਂ ਕਈ ਇੰਟਰਵਿਊਆਂ 'ਚ ਮੈਂ ਪਹਿਲਾਂ ਵੀ ਕਹਿ ਚੁੱਕਿਆ, ਮੈਂ ਜੀ ਕਈ ਮੁਹੱਲਿਆਂ 'ਚ ਡੋਰ ਟੂ ਡੋਰ ਕੀਤਾ ਸੀ ਜੀ 2017 'ਚ। ਉਹਨਾਂ ਮੁਹੱਲਿਆਂ 'ਚ ਸੜਕਾਂ ਹੀ ਹੈ ਨਹੀਂ ਸੀ। ਮੈਂ ਨਹੀਂ ਕਹਿ ਰਿਹਾ ਸੜਕਾਂ ਮਾੜੀਆਂ ਸੀ, ਸੜਕਾਂ ਹੈ ਹੀ ਨਹੀਂ ਸੀ। ਸੀਵਰੇਜ ਸਿਸਟਮ ਹੈ ਨਹੀਂ ਸੀ, ਵਾਟਰ ਸਪਲਾਈ ਹੈ ਨਹੀਂ ਸੀ, ਕੋਈ ਸਟਰੀਟ ਲਾਈਟਿੰਗ ਹੈ ਨਹੀਂ ਸੀ, ਸਕੂਲਸ ਦਾ ਬੁਰਾ ਹਾਲ ਸੀ, ਪਾਰਕਸ ਹੈ ਨਹੀਂ ਸੀ। ਅਤੇ ਜੀ ਤੁਸੀਂ ਮੇਰੀਆਂ ਗੱਲਾਂ 'ਤੇ ਨਹੀਂ ਯਕੀਨ ਕਰਦੇ, ਉਹਨਾਂ ਮੁਹੱਲਿਆਂ 'ਚ ਮੈਂ ਤੁਹਾਨੂੰ ਲੈ ਕੇ ਜਾ ਸਕਦਾ। ਉਹਨਾਂ ਹੀ ਮੁਹੱਲਿਆਂ 'ਚ ਹੁਣ 5 ਸਾਲਾਂ ਬਾਅਦ ਬਹੁਤ ਸੋਹਣੀਆਂ ਸੜਕਾਂ ਬਣ ਗਈਆਂ, ਸੀਵਰੇਜ ਤੇ ਵਾਟਰ ਸਪਲਾਈ ਦਾ ਇੰਤਜ਼ਾਮ ਹੋ ਗਿਆ, LED ਲਾਈਟਾਂ ਪੂਰੇ ਸ਼ਹਿਰ 'ਚ ਲੱਗ ਗਈਆਂ, ਸਕੂਲਸ ਨਵੇਂ ਬਣ ਗਏ ਹੈ, ਪਾਰਕਸ, ਹਸਪੀਟਲ, ਡਿਸਪੈਂਸਰੀਜ਼। ਸੋ ਜੀ ਲੋਕ ਬਹੁਤ ਜ਼ਿਆਦਾ ਖੁਸ਼ ਹੈ। ਮੈਂ ਤੁਹਾਨੂੰ ਉਹ ਕਈ ਵਾਰ ਮੁਹੱਲੇ ਵਿਖਾ ਦਾਂਗਾ, ਅਤੇ ਮੈਂ ਤੁਹਾਨੂੰ ਬੇਨਤੀ ਕਰਾਂਗਾ ਜੀ, ਜੇ ਤੁਹਾਡਾ ਕਦੀ ਟਾਈਮ ਲੱਗੇ ਲੰਘਦੇ ਟੱਪਦੇ ਜੀ, ਧੋਬੀਆਣਾ ਬਸਤੀ ਹੈ, ਸ਼ਾਇਦ ਸਭ ਤੋਂ ਗਰੀਬ ਬਸਤੀ ਹੈ ਬਠਿੰਡੇ ਦੀ, ਉੱਥੇ ਤੁਸੀਂ ਜੀ 5 ਮਿੰਟ ਸਰਕਾਰੀ ਸਕੂਲ ਵੇਖ ਕੇ ਆਇਓ। ਨਵਾਂ ਸਰਕਾਰੀ ਸਕੂਲ ਹੈ ਜਿਹੜਾ ਮਨਪ੍ਰੀਤ ਬਾਦਲ ਜੀ ਨੇ ਬਣਾਇਆ। ਉਹ ਸਰਕਾਰੀ ਸਕੂਲ ਨਹੀਂ ਲੱਗਦਾ ਜੀ, 5 ਸਟਾਰ ਹੋਟਲ ਲੱਗਦਾ। ਉਹਦੇ 'ਚ ਜੀ AC, ਕੰਪਿਊਟਰਸ, ਸਮਾਰਟ ਕਲਾਸਰੂਮ, ਹਰੇਕ ਚੀਜ਼ ਦਾ ਇੰਤਜ਼ਾਮ ਹੈ ਜੀ। ਉੱਥੇ ਇੱਕ ਸਵਿਮਿੰਗ ਪੂਲ ਹੈ। ਤੁਹਾਨੂੰ ਇਹੋ ਜਿਹੇ ਕਿੰਨੇ ਕੁ ਸਰਕਾਰੀ ਸਕੂਲ ਨਜ਼ਰ ਆਉਂਦੇ ਆ ਜਿਨ੍ਹਾਂ 'ਚ ਸਵਿਮਿੰਗ ਪੂਲ ਹੋਵੇ, ਉਹ ਵੀ ਬਿਲਕੁਲ ਗਰੀਬ ਤੋਂ ਗਰੀਬ ਮੁਹੱਲੇ 'ਚ। ਅਤੇ ਇਹੋ ਜਿਹੇ ਸਕੂਲਸ ਮਨਪ੍ਰੀਤ ਬਾਦਲ ਜੀ ਨੇ ਘੱਟੋ ਘੱਟ 8-10 ਬਣਾਏ ਨੇ ਬਠਿੰਡੇ 'ਚ, ਅਤੇ ਪੁਰਾਣੇ ਸਕੂਲ ਜਿੱਥੇ ਢਾਂਚਾ ਮਾੜਾ ਮੋਟਾ ਠੀਕ ਸੀ ਉਹਨਾਂ ਨੂੰ ਅਪਗ੍ਰੇਡ ਕੀਤਾ। ਸੋ ਕੰਮ ਵਾਕਈ ਬਹੁਤ ਜ਼ਿਆਦਾ ਹੋਏ ਨੇ ਜੀ। ਅਤੇ ਇਹ ਲੋਕ ਜਦੋਂ ਆ ਕੇ ਸੁਣਾਉਂਦੇ ਨੇ ਜੀ ਇਹੋ ਜਿਹੇ ਕੰਮ, ਦਿਲ ਬੜਾ ਖੁਸ਼ ਹੁੰਦਾ ਜੀ। ਬਹੁਤ ਧੰਨਵਾਦ ਬਾਦਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ। ਸੋ ਮਨਪ੍ਰੀਤ ਸਿੰਘ ਬਾਦਲ ਹੁਣਾਂ ਦੇ ਬੇਟੇ ਅਰਜੁਨ ਬਾਦਲ ਸਾਡੇ ਨਾਲ ਸਨ, ਆਪਣੇ ਪਿਤਾ ਲਈ ਕੈਂਪੇਨਿੰਗ ਕਰ ਰਹੇ ਨੇ, ਲੋਕਾਂ ਦੇ ਵਿੱਚ ਵਿਚਰ ਰਹੇ ਨੇ, ਲੋਕਾਂ ਦੇ ਵਿੱਚ ਜਾ ਰਹੇ ਨੇ, ਲੋਕਾਂ ਨੂੰ ਕੰਮ ਵੀ ਗਿਣਾ ਰਹੇ ਨੇ, ਅਤੇ ਨਾਲ ਹੀ ਅਪੀਲ ਕਰ ਰਹੇ ਨੇ ਕਿ ਇਸ ਵਾਰ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਵੋਟਾਂ ਪਾ ਕੇ ਲੋਕ ਜਿਤਾਉਣ। ਅਤੇ ਨਾਲ ਹੀ ਇਹ ਕਹਿ ਰਹੇ ਕਿ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਜੇ ਦੁਬਾਰਾ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਉਹ ਕੰਮ ਹੋਣਗੇ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਨਹੀਂ ਹੋ ਪਾਏ। ਹੁਣ ਦੇਖਣਾ ਇਹ ਹੈ ਕਿ ਕਿਸ ਤਰੀਕੇ ਦੇ ਨਾਲ ਲੋਕ ਇਤਬਾਰ ਕਰਦੇ ਹੈ, ਕਿਹਦੇ ਤੇ ਲੋਕ ਇਸ ਵਾਰ ਭਰੋਸਾ ਜਤਾਉਣਗੇ, ਇਹ ਵਕਤ ਦੱਸੇਗਾ। ਕੈਮਰਾ ਪਰਸਨ ਵਿੱਕੀ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਬਾਦਲ।